ਸਤਨਾਮ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ, ਫਿਰਤ ਫਿਰਤ ਪ੍ਰਭ ਆਇਆ। ਪਰਿਆ ਤਉ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ, ਵਾਹਿਗੁਰੂ ਵਾਹਿਗੁਰੂ।
ਭਜ ਮਨ ਮੇਰੇ ਕੋ ਨਾਮ ਭਜ ਮਨ ਮੇਰੇ ਕੋ ਜੀ ਤੇਰੇ ਕਹਿ ਆਵੈ ਕਾਮ ਜੀ ਤੇਰੇ ਕਹਿ ਆਵੈ ਕਾਮ ਭਜ ਮਨ ਮੇਰੇ ਕੋ ਨਾਮ ਹਰ ਸਿਮਰਤ ਤੇਰੀ ਜਾਏ ਬਲਾਏ ਸਰਬ ਕਲਿਆਣ ਬਸੈ ਮਨ ਆਏ ਸਰਬ ਕਲਿਆਣ ਬਸੈ ਮਨ ਆਏ ਭਜ ਮਨ ਮੇਰੇ ਕੋ ਨਾਮ ਜੀ ਤੇਰੇ ਕਹਿ ਆਵੈ ਕਾਮ ਜੀ ਤੇਰੇ ਕਹਿ ਆਵੈ ਕਾਮ ਭਜ ਮਨ ਮੇਰੇ ਕੋ ਨਾਮ ਐਨ ਦਿਨ ਸਰਗੁਣ ਗਾਓ ਅਨੰਦ ਪਾਏ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਸ਼ੋਭਤ ਗੁਰੂ ਪਿਆਰੀ ਸਾਧ ਸੰਗਤ ਜੀ, ਵਡਭਾਗੇ ਹਾਂ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਆਪਣੀਆਂ ਸੁਰਤੀਆਂ ਨੂੰ ਇਕਾਗਰ ਰੱਖਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ, ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਸੋ ਥੋੜਾ ਕੁ ਅੱਜ ਗਲਾ ਖਰਾਬ ਹੈ, ਬੁਖਾਰ ਕਰਕੇ ਥੋੜੀ ਕੁ ਦਵਾਈ ਵੀ ਅਸੀਂ ਲੈ ਕੇ ਆਏ ਹਾਂ। ਸੋ ਕਿਸੇ ਕਿਸੇ ਲਫ਼ਜ਼ ਵਿੱਚ ਕੋਈ ਫਰਕ ਰਹਿ ਜਾਵੇ ਤਾਂ ਆਪਣੀ ਧਿਆਨ ਕਰਨਾ। ਤਾਂ ਤੇ ਆਓ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਗੌੜੀ ਰਾਗ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸ਼ਬਦ ਆਪਾਂ ਨੇ ਗਾਇਨ ਕੀਤਾ ਹੈ। ਗੌੜੀ ਮਹਿਲਾ ਪੰਜਵਾਂ। ਇੱਕ ਵਾਰੀ ਹੋਰ ਪਾਠ ਕਰ ਲਈਏ ਤਾਂ ਕਿ ਸਰੋਤਿਆਂ ਦੀ ਸੁਰਤ ਵਿੱਚ ਆ ਜਾਵੇ ਸ਼ਬਦ। ਫਿਰ ਇੱਕ ਇੱਕ ਪੰਕਤੀ ਪੜ੍ਹ ਕੇ ਆਪਾਂ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਗੌੜੀ ਮਹਿਲਾ ਪੰਜਵਾਂ। ਹਰ ਸਿਮਰਤ ਤੇਰੀ ਜਾਏ ਬਲਾਏ, ਸਰਬ ਕਲਿਆਣ ਬਸੈ ਮਨ ਆਏ। ਭਜ ਮਨ ਮੇਰੇ ਏਕੋ ਨਾਮ, ਜੀ ਤੇਰੇ ਕਹਿ ਆਵੈ ਕਾਮ। ਰਹਾਉ ਹਰੈਨ ਦਿਨ ਸਗੁਣ ਗਾਓ ਅਨੰਤਾ, ਗੁਰਪੂਰੇ ਕਾ ਨਿਰਮਲ ਮੰਤਾ। ਛੋੜ ਉਪਾਵ ਏਕ ਟੇਕ ਰਾਖ, ਮਹਾ ਪਦਾਰਥ ਅੰਮ੍ਰਿਤ ਰਸ ਚਾਖ। ਬੇਖਮ ਸਾਗਰ ਤੇਈ ਜਨ ਤਰੇ, ਨਾਨਕ ਜਾ ਕਉ ਨਦਰ ਕਰੇ। ਸ਼ਬਦ ਦਾ ਰਹਾਉ ਵਾਲਾ ਬੰਦ ਹੈ ਜੋ ਆਪਾਂ ਸਥਾਈ ਬਣਾ ਕੇ ਗਾਇਨ ਕੀਤਾ ਹੈ। ਭਜ ਮਨ ਮੇਰੇ ਏਕੋ ਨਾਮ, ਜੀ ਤੇਰੇ ਕਹਿ ਆਵੈ ਕਾਮ। ਰਹਾਉ ਆਪ ਜੀ ਨੂੰ ਪਤਾ ਹੈ ਕਿ ਰਹਾਉ ਦਾ ਜੋ ਬੰਦ ਹੈ ਇਹ ਸ਼ਬਦ ਦਾ ਕੇਂਦਰੀ ਭਾਵ ਹੋਇਆ ਕਰਦਾ ਹੈ। ਕੇਂਦਰੀ ਭਾਵ ਕਹਿ ਲਓ, ਸਾਰਾਂਸ਼ ਕਹਿ ਲਓ, ਨਿਚੋੜ ਕਹਿ ਲਓ, ਸੈਂਟਰਲ ਆਈਡੀਆ। ਸੋ ਰਹਾਉ ਦਾ ਬੰਦ ਹੈ ਭਜ ਮਨ ਮੇਰੇ ਏਕੋ ਨਾਮ। ਗੁਰੂ ਸਾਹਿਬ ਜੀ ਆਪਾਂ ਨੂੰ ਸਿੱਖਿਆ ਦੇ ਰਹੇ ਹਨ ਕਿ ਆਪਾਂ ਆਪਣੇ ਹੀ ਮਨ ਨੂੰ ਕਹੀਏ ਕਿ ਮੇਰੇ ਮਨ ਬਸ ਇੱਕੋ ਇੱਕ ਪ੍ਰਮਾਤਮਾ ਨੂੰ ਮਹਿਸੂਸ ਕਰ। ਭਜ ਮਨ ਮੇਰੇ ਏਕੋ ਨਾਮ। ਨਾਮ ਕੀ ਹੈ ਆਪਾਂ ਪਿਛਲੀ ਹਾਜ਼ਰੀ 'ਚ ਗੱਲ ਕੀਤੀ ਸੀ, ਫੇਰ ਦੁਹਰਾ ਦੇਵਾਂ, ਕੁਝ ਨਵੇਂ ਸਰੋਤੇ ਹੁੰਦੇ ਹੈ। ਨਾਮ ਕਹਿੰਦੇ ਨੇ ਪਰਮਾਤਮਾ ਜੀ ਦੀ ਹੋਂਦ ਨੂੰ। ਗੁਰਬਾਣੀ ਦਾ ਅਰਥ ਗੁਰਬਾਣੀ ਵਿੱਚੋਂ ਹੀ ਸਮਝਣਾ ਹੁੰਦਾ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ। ਨਾਮ ਕੀ ਹੈ? ਜਿਹਦੇ ਸਹਾਰੇ ਸਭ ਕੁਝ ਹੈ। ਭਾਵ ਕਿ ਨਾਮ ਪਰਮਾਤਮਾ ਜੀ ਦੀ ਹੋਂਦ ਹੈ। ਪਰਮਾਤਮਾ ਦੀ ਹੋਂਦ ਹੀ ਸਭ ਦਾ ਸਹਾਰਾ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਕਿਤੇ ਆਪਾਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਜੇਤਾ ਕੀਤਾ ਤੇਤਾ ਨਾਉ, ਬਿਨ ਨਾਵੈ ਨਾਹੀ ਕੋ ਥਾਉ। ਅੱਖਰੀ ਅਰਥ ਕੀ ਬਣ ਗਿਆ ਵੀ ਪਰਮਾਤਮਾ ਜੀ ਦੇ ਨਾਮ ਤੋਂ ਬਿਨਾਂ ਕੋਈ ਥਾਂ ਨਹੀਂ। ਬਿਨ ਨਾਵੈ ਨਾਹੀ ਕੋ ਥਾਉ। ਹੁਣ ਫਿਰ ਬੁੱਝੋ ਨਾਮ ਕੀ ਹੋਇਆ? ਨਾਮ ਤੋਂ ਬਿਨਾਂ ਥਾਂ ਕੋਈ ਨਹੀਂ। ਭਾਵ ਅਰਥ ਕੀ ਹੋਇਆ ਕਿ ਪਰਮਾਤਮਾ ਜੀ ਦੀ ਹੋਂਦ ਤੋਂ ਬਿਨਾਂ ਕੋਈ ਥਾਂ ਨਹੀਂ। ਸੋ ਗੁਰਬਾਣੀ ਤੋਂ ਸਿੱਧ ਹੋ ਗਿਆ ਨਾ ਵੀ ਨਾਮ ਹੁੰਦਾ ਹੈ ਹੋਂਦ, ਵਜੂਦ, ਸਤਾ, ਐਗਜ਼ਿਸਟੈਂਸ। ਇਸ ਕਰਕੇ ਉਸ ਨਾਮ ਨੂੰ ਅਸੀਂ ਮਹਿਸੂਸ ਕਰਨਾ ਹੈ, ਫੀਲ ਕਰਨਾ ਹੈ। ਮਾਲਕ ਦੀ ਹੋਂਦ ਨੂੰ ਮਹਿਸੂਸ ਕਰਨਾ ਹੀ ਨਾਮ ਜਪ ਹੈ। ਸ਼ਬਦ ਹੈ ਜੋ ਇਹ ਸਹਿਯੋਗੀ ਹੈ। ਸ਼ਬਦ ਸਾਡੀ ਸੁਰਤ ਨੂੰ ਪਰਮਾਤਮਾ ਵੱਲ ਲੈ ਜਾਂਦਾ ਹੈ। ਸ਼ਬਦ ਰਾਹੀਂ ਹੀ ਮਹਿਸੂਸ ਕਰਦੇ ਹਾਂ। ਸੋ ਪੂਰੀ ਪਰਿਭਾਸ਼ਾ ਕੀ ਬਣ ਗਈ? ਸ਼ਬਦ ਰਾਹੀਂ ਸੁਰਤ ਵਿੱਚ ਪਰਮਾਤਮਾ ਜੀ ਦੀ ਹੋਂਦ ਨੂੰ ਮਹਿਸੂਸ ਕਰਨ ਨੂੰ ਨਾਮ ਜਪ ਕਿਹਾ ਜਾਂਦਾ ਹੈ। ਇਸ ਕਰਕੇ ਮੇਰੇ ਮਨ ਬਸ ਇੱਕੋ ਇੱਕ ਉਸ ਹੋਂਦ ਨੂੰ ਮਹਿਸੂਸ ਕਰ, ਇੱਕੋ ਹੀ ਮਾਲਕ ਦਾ ਨਾਮ ਜਪ। ਇਹ ਵੀ ਆਪਾਂ ਪਿਛਲੀ ਹਾਜ਼ਰੀ ਵਿੱਚ ਵਿਚਾਰ ਕਰ ਲਈ ਸੀ। ਜਿਹੜੇ ਸਰੋਤਿਆਂ ਨੇ ਨਹੀਂ ਸੁਣੇ ਪਿਛਲੇ ਦੀਵਾਨ, ਉਹ ਵੀਰ ਜੀ ਤੋਂ ਰਿਕਾਰਡਿੰਗਾਂ ਲੈ ਕੇ ਜ਼ਰੂਰ ਸੁਣਿਓ,
क्योंकि फिर सारी लड़ी जुड़ जाती है, पिछों तो लैके सारा पता लग जाता है। क्योंकि हर गल दोबारा दोबारा नहीं दोहराई जाती, कुछ तो असीं रिपीट कर देंगे हाँ। तां ते इक्को एक परमात्मा की होंद है, दूजी कोई शक्ति नहीं इत्थे। थोड़ा क दोहरा देवां, विस्तार पिछली हाजरी च होया सी। सर्वंग साचा एक है, दूजा ना ही कोई। कारण कारण प्रभ एक है, दूसर ना ही कोई। नानक तिस बलिहार न जल थल महियल सोई। जल थल महियल पूरिया स्वामी सिरजनहार। अणिक भांत होए पसरिया नानक एक अंकार। इक्को ही परमात्मा शक्ति है, दूजी कोई शक्ति नहीं। किसी देवी देवते का, किसी बाबे पीर का इत्थे कोई हुक्म नहीं चलता। किसी देवी देवते बाबे पीर का मनुख की जिंदगी च कोई दखल नहीं। ये सच है, इनू निंदा ना किते कह दिओ। इक्को ही कॉस्मिक ला चलता है, रब्बी कानून चलता है। कीते कर्म का फल रब्बी कानून के मुताबिक मिलता है। होर साडी जिंदगी च किसी का कोई संबंध नहीं। दद्दा दोष ना देऊँ किसै, दोष कर्मा अपने आ। जो मैं किया सो मैं पाया, दोष ना दीजै आवर जाना। मन मूर्ख काहे बिल लाइए, पुरब लिखे का लिखिया पाइए। दुख सुख प्रभ देवनहार, आवर त्याग तू तिसे चितार। इस करके बुरे कर्म तो डरिए ते परमात्मा का शुद्ध भै रखिए। निर्मल भौ पाया हर गुण गाया, हर वेख्या राम हदूरे। निर्मल भौ की हुंदा है? सर्व व्यापक परमात्मा नूं अपने नेड़े ही जाना। ये जो निर्मल भाव अपने मन च पै गया, फिर आप बुरा काम नहीं कोई कर सकते। क्यों निकट बुझिया सो बुरा क्यों करें। जिन्हें परमात्मा जी नूं नेड़े जान लिया, वो माड़ा काम किवें करूं, नहीं कर सकता। ज्यों बैसंतर धात शुद्ध होए, त्यों हर का भाव दुरमत मैल गवाई। जिवें अग धातां नूं शुद्ध कर दिंदी है, इसे तरह परमात्मा की होंद का भै खोटी मत की मैल नूं कढ दिंदा है। इस करके एक परमात्मा का भै मनीए, शुद्ध भै है, अद वाला भै कह लो, अदब, तो उस मालक नूं ही महसूस करिए। भज मन मेरे एको नाम। होर किसी दूजे का ख्याल साडे मन दे विच नहीं होना चाहिए। क्योंकि जे किसी दूजी शक्ति का रंचक मात्र भी ख्याल साडे मन विच है, तां परमात्मा का प्यार पैदा नहीं हो सकता। दुविधा विच बैराग ना होवई, जब लग दूजी राई। जे तुहाडे मन विच किसी दूजी शक्ति का रंचक मात्र भी ख्याल है ना, तां दुविधा विच हो तुसीं, ते दुविधा च परमात्मा का प्यार नहीं पैदा हुंदा। जे चाहुंदे हाँ परमात्मा का प्यार पै जाए, तो अपने मन विचों सारे देवी देवते बाबे पीरां दा भोग पा देना। जे चाहुंदे हो भी रब नाल प्यार पै जाए, फैसला अपने गुरु जी की बाणी दा। इस करके इक्को ही परमात्मा जो साडा मूल है, साडा आद है, साडा सोमा है। भाव कहो कबीरे राम की अंश। ये सर्व व्यापक परमात्मा की अंश है जीवात्मा, ते अपने मूल नाल जुड़ना ही धर्म है। बूंद सागर विच रल के सागर बन सकती है। इस करके दो दे उत्ते तां ध्यान एकाग्र नहीं हो सकता। दूजे का ख्याल तुहाडे अंदर है, तो दो ते ध्यान एकाग्र किवें हो। जीवात्मा दो दे विच लीन किवें हो। दो ना जुड़ के एक किवें होवोगे। एक ना जुड़ के ही एक होया जा सकता है। एक ते ध्यान एकाग्र हो सकता है, एक दे विच ही जीवात्मा लीन हो सकती है। इस करके पहला तो एक ते आ जाओ सारे भैन भरा, गल नूं समझ लो। एक ते कोई देवी देवता किते ताह नहीं रहिंदा। फिर दोहरा देवां, सच नाल जुड़िया मनुख ही देवता है। गुरु देवते बनाउंदा है मनुखां नूं। बलिहारी गुर अपने दिवहाड़ी सदवार, जिन मानस ते देवते कीए करत न लागी बार। बलिहार जावां गुरु तो दिन विच सैंकड़े वारी, ऐसा सच्चा ज्ञान दत्ता, सच्चे ज्ञान ने मनुख नूं देवता बना दिता। गुरु देवते बनाउंदा है, देवते धरती दे उत्ते रहिंदे है। सच सच्चा मनुख ही देवता है। मनुख मानस दे ही भैन भरा कोई है। सच्चा मनुख ही सच नाल जुड़िया मनुख धरती का देवता है। तो जे मनुख सच नाल जुड़ के देवता बन जाए, धरती स्वर्ग बन जाए, फिर मूँह ताहा नहीं चकना पैना भी मर के स्वर्ग में जावांगे। फिर तो धरती प्रतख स्वर्ग बन जाए, जे मनुख सच नाल जुड़ के देवता बन जाए। इस करके देवते पूजने नहीं, खुद ही देवते बनना है। खुद ही देवते बनना है। तो गुरु जी देवता बनाउंदे ने मनुख नूं। जदों गुरु के शब्द राही ज्ञान का दीवा अंदर बल गया, तो समझ लो शरीर देवता बन गया। सतगुर शब्द उजारो दीपा। सतगुर के शब्द राही भाव सच्चे ज्ञान के राही अपने अंदर ज्ञान का दीवा बालो। ज्ञान का दीवा बल गया तो शरीर देवता बन गया।
ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ, ਨਰ ਤੇ ਸੁਰ ਹੋਏ ਜਾਤ ਨਿਮਖ ਮੈਂ, ਸਤਿਗੁਰ ਬੁੱਧ ਸਿਖਲਾਈ। ਜਦੋਂ ਅਸੀਂ ਸਤਿਗੁਰ ਵਾਲੀ ਮੱਤ ਲੈ ਲਈ ਨਾ, ਆਪਣੀ ਮਨਮੱਤ ਛੱਡ ਦਿੱਤੀ, ਕਹਿੰਦੇ ਮਨੁੱਖ ਤੋਂ ਦੇਵਤਾ ਅੱਖ ਦੇ ਹੋਰ ਕੀ ਬਣ ਜਾਈਦਾ ਹੈ। ਨਰ ਤੇ ਸੁਰ ਹੋਏ ਜਾਤ ਨਿਮਖ ਮੈਂ, ਦੇਵਤਾ ਬਣ ਤੇ ਦੇਰ ਥੋੜਾ ਲੱਗਦੀ ਹੈ। ਸੱਚਾ ਗਿਆਨ ਉਸੇ ਵੇਲੇ ਦੇਵਤਾ ਬਣਾ ਦਿੰਦਾ ਹੈ। ਜਦੋਂ ਹੀ ਆਪਾਂ ਆਪਣੀ ਮਨਮੱਤ ਛੱਡਤੀ, ਜਦੋਂ ਹੀ ਗੁਰੂ ਵਾਲੀ ਮੱਤ ਸਿੱਖ ਲਈ, ਉਸੇ ਵੇਲੇ ਮਨੁੱਖ ਤੋਂ ਦੇਵਤਾ ਬਣ ਗਿਆ। ਇਹਨੇ ਪ੍ਰਮਾਣਾਂ ਤੋਂ ਸਿੱਧ ਹੋ ਗਿਆ ਨਾ। ਨਰ ਤੇ ਸੁਰ ਹੋਏ ਜਾਤ ਨਿਮਖ ਮੈਂ, ਸਤਿਗੁਰ ਬੁੱਧ ਸਿਖਲਾਈ। ਕਿਤੇ ਲਿਖਿਆ ਮਾਨਸ ਤੇ ਦੇਵਤੇ ਪਏ ਧਿਆਇਆ ਨਾਮ ਹਰੇ। ਹਰੀ ਪ੍ਰਮਾਤਮਾ ਦਾ ਨਾਮ ਧਿਆਉਂਦਿਆਂ, ਭਾਵ ਕਿ ਮਾਲਕ ਨੂੰ ਮਹਿਸੂਸ ਕਰਦਿਆਂ, ਮਨੁੱਖ ਤੋਂ ਦੇਵਤੇ ਬਣ ਜਾਈਦਾ। ਸੋ ਦੇਵਤੇ ਬਣੋ, ਯਾਦ ਰੱਖਿਓ, ਦੇਵਤੇ ਪੂਜਣੇ ਹੀ ਨਹੀਂ, ਖੁਦ ਹੀ ਦੇਵਤੇ ਬਣਨਾ ਹੈ। ਆਪਣੇ ਅੰਦਰ ਗਿਆਨ ਦਾ ਦੀਵਾ ਬਲ ਗਏ ਤੇ ਦੇਹੀ ਦੇਵਤਾ ਬਣ ਗਈ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ। ਕਿੰਨੇ ਪ੍ਰਮਾਣ ਦੇ ਦਿੱਤੇ ਤੁਹਾਨੂੰ ਬਾਣੀ ਚੋਂ। ਕਾਇਓ ਦੇਵਾ ਲਿਖਿਆ ਬਾਣੀ 'ਚ ਵੀ, ਸਰੀਰ ਦੇਵਤਾ ਬਣ ਗਿਆ। ਕਾਇਓ ਦੇਵਲ, ਇਹ ਸਰੀਰ ਹੀ ਦੇਵਤੇ ਦਾ ਮੰਦਰ ਬਣ ਗਿਆ। ਕਾਇਓ ਜੰਗਮ ਜਾਤੀ, ਇਹ ਸਰੀਰ ਹੀ ਤੁਰਦਾ ਫਿਰਦਾ ਤੀਰਥ ਬਣ ਗਿਆ। ਗੁਰੂ ਦਾ ਗਿਆਨ ਮਨੁੱਖ ਨੂੰ ਤੀਰਥ ਬਣਾ ਦਿੰਦਾ, ਤੁਰਦਾ ਫਿਰਦਾ ਤੀਰਥ। ਗੁਰੂ ਦਾ ਗਿਆਨ ਮਨੁੱਖ ਨੂੰ ਧਰਤੀ ਦਾ ਦੇਵਤਾ ਬਣਾ ਦਿੰਦਾ। ਇਸ ਕਰਕੇ ਮਨਾ ਇੱਕੋ ਹੀ ਪ੍ਰਮਾਤਮਾ ਜੋ ਸਰਬ ਵਿਆਪਕ ਹੋਂਦ ਹੈ, ਬਸ ਨਾਮ ਜਪ। ਉਸ ਸਰਬ ਵਿਆਪਕ ਹੋਂਦ ਨੂੰ ਮਹਿਸੂਸ ਕਰ। ਜਿਨ ਤੇਰੀ ਮਨ ਬਣਤ ਬਣਾਈ, ਊਠਤ ਬੈਠਤ ਸਦ ਤਿਸਹਿ ਧਿਆਈ। ਉੱਠਦੇ ਬਹਿੰਦੇ ਉਸ ਨੂੰ ਸਦਾ ਹੀ ਧਿਆਨ ਵਿੱਚ ਰੱਖਣਾ ਹੈ, ਜਿਸ ਨੇ ਤੇਰੀ ਬਣਤ ਬਣਾਈ ਹੈ, ਜੋ ਤੇਰਾ ਸਿਰਜਣਹਾਰ ਹੈ। ਆਪਣੀਆਂ ਬਣਤਾਂ ਬਣਾ ਕੇ ਨਾ ਪੂਜਿਆ ਕਰ, ਵੀ ਕੋਈ ਪੱਥਰ ਘਰ ਕੇ ਫਿੱਟ ਕਰ ਲਿਆ, ਉਹਨੂੰ ਮੱਥਾ ਟੇਕਤਾ। ਆਪਣੀ ਚੀਜ਼ ਬਣਾ ਕੇ ਪੂਜਣੀ ਘਟੀਆ ਪੂਜਾ ਹੈ। ਆਪਣੇ ਕਰਤਾ ਨੂੰ ਪੂਜਣਾ ਸੱਚੀ ਪੂਜਾ ਹੈ। ਸੱਚੀ ਪੂਜਾ ਕੀ ਹੈ? ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੈ ਪੂਜਨਾ ਹੋਏ। ਪੂਜਾ ਕਰਨੀ ਚਾਹੀਦੀ ਹੈ। ਪੂਜਾ ਕੀਚੈ ਕਿਸ ਤਰ੍ਹਾਂ? ਨਾਮ ਧਿਆਈਐ। ਬਸ ਨਾਮ ਧਿਆਉਣਾ, ਧਿਆਨ ਦੇ ਵਿੱਚੋਂ ਸਰਬ ਵਿਆਪਕ ਹੋਂਦ ਨੂੰ ਮਹਿਸੂਸ ਕਰਨਾ ਹੀ ਇੱਕੋ ਇੱਕ ਸੱਚੀ ਪੂਜਾ ਹੈ। ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੈ ਪੂਜਨਾ ਹੋਈ। ਪ੍ਰਮਾਤਮਾ ਜੀ ਨੂੰ ਯਾਦ ਕਰਨ ਤੋਂ ਬਿਨਾਂ, ਪ੍ਰਮਾਤਮਾ ਨੂੰ ਮਹਿਸੂਸ ਕਰਨ ਤੋਂ ਬਿਨਾਂ ਹੋਰ ਕੋਈ ਪੂਜਾ ਨਹੀਂ ਹੁੰਦੀ। ਬਾਕੀ ਤਾਂ ਸਭ ਪੁਜਾਰੀ ਦਾ ਪਖੰਡ ਹੈ, ਟਕਵੰਜ ਹੈ। ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ, ਨਾਮ ਤੇਰੋ ਆਰਤੀ ਮਜਨ ਮੁਰਾਰੇ, ਹਰ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ। ਤੇਰੀ ਜਾਤ ਤੋਂ ਬਿਨਾਂ ਤਾਂ ਪਸਾਰੇ ਦਾ ਭਾਵ, ਪਸਾਰੇ ਕਹਿ ਲੋ, ਅਨੰਬਰ ਕਹਿ ਲੋ, ਟਕਵੰਜ ਝੂਠੇ ਨੇ ਸਾਰੇ, ਬੜੇ ਟਕਵੰਜਰਾ ਚਲੇ। ਜਦੋਂ ਸੱਚੇ ਗਿਆਨ ਨੂੰ ਸਮਝਾਂਗੇ, ਧਰਮ ਮਾਰਗ 'ਚ ਕਹਿ ਲਓ, ਰੂਹਾਨੀ ਮਾਰਗ 'ਚ ਕਹਿ ਲਓ, ਪ੍ਰਮਾਤਮਾ ਵਾਲੇ ਰਾਹ ਦੇ ਵਿੱਚ ਕੋਈ ਕੰਪਲੀਕੇਸ਼ਨ ਨਹੀਂ, ਕੋਈ ਗੁੰਝਲ ਨਹੀਂ। ਜਿੰਨੀਆਂ ਗੁੰਝਲਾਂ ਹੈ ਧਰਮ ਦੇ ਨਾਂ ਤੇ ਲੁੱਟਣ ਵਾਲਿਆਂ ਨੇ ਪਾਈਆਂ, ਰੱਬ ਦੇ ਰਾਹ 'ਚ ਕਾਹਦੀ ਗੁੰਝਲ ਹੈ? ਕੋਈ ਗੁੰਝਲ ਨਹੀਂ। ਬਿਲਕੁਲ ਸਿੱਧਾ ਮਾਰਗ ਹੈ ਜੋ ਗੁਰਬਾਣੀ ਦੱਸ ਰਹੀ ਹੈ। ਜੇ ਜੁੜਾਂਗੇ ਨਾ ਗਿਆਨ ਸਰੂਪ ਸਤਿਗੁਰ ਨਾਲ, ਫਿਰ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਬੈ ਗੋ। ਪਾਦਰ ਪੱਧਰਾ ਸਿੱਧਾ, GT ਰੋਡ, ਨੈਸ਼ਨਲ ਹਾਈਵੇ, ਰਾਜਪਥ, ਸਿੱਧਾ ਹੀ ਰਾਹ, ਸਿੱਧਾ ਹੀ ਪੱਧਰਾ ਰਾਹ ਬਾਣੀ ਦੱਸ ਰਹੀ ਹੈ। ਜਿੰਨੀਆਂ ਗੁੰਝਲਾਂ ਇਹ ਪੁਜਾਰੀ ਵਰਗ ਨੇ ਪਾਈਆਂ, ਲੋਕਾਂ ਨੂੰ ਗੁੰਮਰਾਹ ਕਰਕੇ ਧਰਮ ਦੇ ਨਾਂ ਤੇ ਲੁੱਟਣਾ। ਇਸ ਕਰਕੇ ਬਸ ਤੈਨੂੰ ਮਹਿਸੂਸ ਕਰਨਾ ਹੀ ਤੇਰੀ ਆਰਤੀ ਹੈ। ਨਾਮ ਤੇਰੋ ਆਰਤੀ ਮਜਨ, ਬਸ ਤੁਹਾਨੂੰ ਯਾਦ ਕਰਨਾ ਹੀ ਤੀਰਥਾਂ ਦਾ ਇਸ਼ਨਾਨ ਹੈ। ਮੁਰਾਰੇ ਮਾਲਕ ਜੀਓ, ਮਾਲਕ ਜੀਓ, ਤੁਹਾਨੂੰ ਮਹਿਸੂਸ ਕਰਨਾ ਹੀ ਆਰਤੀ ਹੈ, ਤੁਹਾਨੂੰ ਮਹਿਸੂਸ ਕਰਨਾ ਹੀ ਤੀਰਥਾਂ ਦਾ ਇਸ਼ਨਾਨ ਹੈ। ਆਪਾਂ ਸੁਖਮਨੀ ਸਾਹਿਬ ਜੀ ਪੜ੍ਹਦੇ ਹਾਂ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ। ਪਰਮਾਤਮਾ ਨੂੰ ਚੇਤੇ ਕਰਦਿਆਂ ਹੀ ਤੀਰਥਾਂ ਦੇ ਨਹਾਉਣ ਹੋ ਗਏ। ਪਰਮਾਤਮਾ ਨੂੰ ਮਹਿਸੂਸ ਕਰਨਾ ਹੀ ਆਰਤੀ। ਇਹ ਪੁਜਾਰੀ ਵਰਗ ਦਾ ਟਕਵੰਜ ਹੁੰਦਾ ਵੀ ਥਾਲੀ ਲੈ ਲਈ, ਵਿੱਚ ਨਿੱਕੇ ਨਿੱਕੇ ਚੂੰਗੜੇ ਜੇ ਰੱਖ ਲਏ, ਦੀਵੇ ਕਹਿ ਲਓ, ਰੂੰ ਦੀਆਂ ਬੱਤੀਆਂ ਵੱਟ ਕੇ ਪਾ ਲਈਆਂ, ਦੇਸੀ ਘਿਓ ਪਾ ਲਿਆ, ਵਿੱਚ ਘਿਓ ਫੂਕ ਲਿਆ, ਥਾਲੀਆਂ ਘਕਾ ਲਈਆਂ। ਕੀ ਕਰਦੇ ਆ ਜੀ? ਆਰਤੀ ਕਰਦੇ ਆ ਜੀ। ਇਹ ਟਕਵੰਜ ਹੈ, ਇਹ ਪੁਜਾਰੀਆਂ ਦਾ ਟਕਵੰਜ ਹੈ। ਇਹ ਟਕਵੰਜ ਪਟਨਾ ਸਾਹਿਬ ਤੇ ਹਜੂਰ ਸਾਹਿਬ ਦੇ ਪੁਜਾਰੀਆਂ ਨੇ ਵੀ ਰਚ ਲਿਆ। ਗੁਰਸਥਾਨਾਂ ਦੇ ਉੱਤੇ ਵੀ ਮਨਮੱਤੀ ਰੀਤਾਂ ਦਾ ਗੰਦ ਪਾ ਦਿੱਤਾ ਪੁਜਾਰੀ ਲੋਕਾਂ ਨੇ, ਜਿਹੜਾ ਸਾਡੇ ਵਿੱਚ ਪਾਂਡਾਵਾਦ ਪੈਦਾ ਹੋ ਗਿਆ। ਤਾਂ ਤੇ ਆਰਤੀ ਕੀ ਹੈ? ਬਸ ਮਾਲਕ ਨੂੰ ਮਹਿਸੂਸ ਕਰਨਾ। ਤੇ ਪ੍ਰਕਿਰਤੀ ਜਿੱਡਾ ਵੱਡਾ ਮਾਲਕ, ਓਡੀ ਵੱਡੀ ਉਹਦੀ ਆਰਤੀ ਪ੍ਰਕਿਰਤੀ ਕਰ ਰਹੀ ਹੈ। ਗਗਨ ਮੈ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਸ਼ਬਦ ਉਹੀ ਪੜ੍ਹੀ ਜਾਂਦੇ, ਇਹਨਾਂ ਨੇ ਥਾਲੀਆਂ ਕਗਾਈ ਜਾਂਦੇ। ਗਗਨ ਮੈਨਾਂ ਥਾਲ ਦੱਸੋ, ਵੀ ਤਾਂ ਖੰਡਨ ਕੀਤਾ ਹੋਇਆ ਹੈ ਵੀ ਅਸੀਂ ਆਰਤੀ ਕਰ ਨਹੀਂ ਸਕਦੇ। ਆਰਤੀ ਤਾਂ ਹੋ ਰਹੀ ਹੈ ਪਰਮਾਤਮਾ ਦੀ, ਹੋ ਰਹੀ ਆਰਤੀ ਨੂੰ ਮਹਿਸੂਸ ਕੀਤਾ ਜਾ ਰਿਹਾ ਹੈ। ਗਗਨ ਮੈ ਥਾਲ ਰਬ ਵਿੱਚ ਸੁਰਤ
ਸ਼ਬਦ ਮੇਲ ਸਮਝ ਗਏ ਨਾ ਵੀ ਸ਼ਬਦ ਸੁਰਤ ਨੂੰ ਲੈ ਜਾਂਦੇ ਆ। ਗਗਨ ਮੈਂ ਥਾਲ ਕਹਿੰਦੇ ਆ, ਆਕਾਸ਼ਮਈ ਥਾਲ ਆ ਜਾਵੇ ਸੁਰਤ 'ਚ, ਰੱਬ ਚੰਦ ਦੀਪਕ ਬਣੇ। ਤਾਂ ਤੇ ਇੱਦਾਂ ਪ੍ਰਮਾਤਮਾ ਜੀ ਦੀ ਆਰਤੀ ਹੋ ਰਹੀ ਹੈ, ਵਿਰਾਟ ਆਰਤੀ, ਬੜੇ ਵੱਡੇ ਪੱਧਰ ਦੀ ਆਰਤੀ। ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਇਸ ਕਰਕੇ ਗੱਲ ਚੱਲੀ ਸੀ ਵੀ ਇੱਦਾਂ ਧਰਮ ਜਗਤ ਦੇ ਵਿੱਚ ਟਕਵੰਜ, ਹੁਣ ਆਪਣੇ 'ਚ ਵੀ ਟਕਵੰਜ ਆ ਗਏ। ਸੱਚੀ ਗੱਲ ਕਹਿੰਦੀ ਨਿੰਦਾ ਨਹੀਂ ਹੁੰਦੀ, ਇਹ ਨਹੀਂ ਵੀ ਦੂਸਰੇ ਨੂੰ ਕਹਿ ਦਿਓ, ਨਹੀਂ ਜੀ, ਆਪਣੇ ਵਿੱਚ ਵੀ ਬੜਾ ਪਾਂਡਾਵਾਦ ਆ ਗਿਆ। ਜਿਨ੍ਹਾਂ ਪਾਂਡਿਆਂ ਨੇ ਤਖਤਾਂ ਦੇ ਉੱਤੇ ਵੀ ਜਾਨੀ ਕਿ ਮਨਮੱਤੀ ਰੀਤਾਂ ਦਾ ਗੰਦ ਪਾ ਦਿੱਤਾ। ਪਾਂਡਾਵਾਦ, ਪੁਜਾਰੀਵਾਦ। ਪਾਂਡਾਵਾਦ ਇੱਕ ਬਰਾਦਰੀ ਦਾ ਨਾਂ ਨਹੀਂ, ਪੁਜਾਰੀਵਾਦ, ਪਖੰਡਵਾਦ, ਜੋ ਪਤਾ ਨਹੀਂ ਕਿੰਨੀਆਂ ਗੁੰਝਲਾਂ ਪਾ ਦਿੰਦੇ ਹੈਗੇ ਧਰਮ ਜਗਤ ਦੇ ਵਿੱਚ। ਇਸ ਕਰਕੇ ਪਰਮਾਤਮਾ ਦੀ ਆਰਤੀ ਹੋ ਰਹੀ ਹੈ, ਹੋ ਰਹੀ ਆਰਤੀ ਨੂੰ ਮਹਿਸੂਸ ਕਰਨਾ, ਹੋ ਰਹੀ ਆਰਤੀ ਵਿੱਚ ਤੁਸੀਂ ਸ਼ਾਮਲ ਹੋ ਸਕਦੇ ਹੋ ਸੁਰਤ ਕਰਕੇ, ਧਿਆਨ ਕਰਕੇ। ਇਸ ਕਰਕੇ ਇਹ ਨੁਕਤੇ ਅਸੀਂ ਸਮਝਣੇ ਹੈ। ਸੋ ਮਾਲਕ ਨੂੰ ਮਹਿਸੂਸ ਕਰਨਾ ਹੀ ਮਾਲਕ ਦੀ ਆਰਤੀ ਹੈ। ਬਸ ਮਾਲਕ ਨੂੰ ਯਾਦ ਕਰਨਾ ਹੀ ਤੀਰਥਾਂ ਦਾ ਇਸ਼ਨਾਨ ਹੈ। ਰੱਬੀ ਬਾਣੀ ਸੁਣਨਾ, ਸੁਣਿਆ 860 ਕਾ ਇਸ਼ਨਾਨ ਸੁਣਿਆ। ਜੇ ਰੱਬੀ ਬਾਣੀ ਧਿਆਨ ਲਾ ਕੇ ਸੁਣ ਲਈਏ, ਪੁਜਾਰੀ ਦੇ ਕਹੇ ਸਾਰੇ ਤੀਰਥਾਂ ਦੇ ਨਹਾਉਣ, ਉਹਨੇ ਜਾਲ ਪਾਤਾ। ਕਹਿੰਦੇ ਆਹ ਦਿਨ ਤੇ ਨਹਾਓ, ਪੂਰਨਮਾਸ਼ੀ ਤੇ ਨਹਾਓ, ਮੱਸਿਆ ਤੇ ਨਹਾਓ, ਦਸਵੀਂ ਤੇ ਨਹਾਓ, ਆਹ ਦਿਨ ਤੇ ਨਹਾਓ। ਪਰ ਗੁਰੂ ਨਾਨਕ ਬਾਬਾ ਜੀ ਕਹਿੰਦੇ ਸਿੱਖਾ ਤੂੰ ਨਾ ਚੱਕਰ 'ਚ ਪੈ ਜੀ। ਜਪਜੀ ਸਾਹਿਬ 'ਚ ਪੜ੍ਹਦੇ ਹੋ ਨਾ ਰੋਜ਼, ਸੁਣਿਆ, ਬੋਲੋ ਬਈ ਸੁਸਤ ਜੀ ਕਿਵੇਂ, ਸੁਣਿਆ 860 ਕਾ ਇਸ਼ਨਾਨ। ਨਾਲੇ ਨੂੰ ਹੁਸ਼ਿਆਰੀ ਹੈ ਨਾ, ਜਦੋਂ ਹੁਸ਼ਿਆਰੀ ਲੱਗ ਜਾਵੇ ਉਦੋਂ ਜੇ ਲੱਗ ਜਾਂਦਾ ਨਾਲ ਅਰਥ ਕਰਨ ਵੇਲੇ। ਉਹ ਸੁਣਿਆ ਦਾ ਕੀ ਅਰਥ ਬਣ ਗਿਆ, ਪਹਿਲਾਂ ਜੇ ਸੁਣ ਲਈਏ, ਜੇ ਰੱਬੀ ਬਾਣੀ ਨੂੰ ਸੁਣ ਲਈਏ ਧਿਆਨ ਲਾ ਕੇ, 860 ਕਾ ਇਸ਼ਨਾਨ। ਪੁਜਾਰੀ ਕਹਿੰਦਾ 68 ਤੀਰਥ ਹੈ। ਉਹ ਸਿੱਖਾ ਤੂੰ ਨਾ ਐਵੇਂ ਕਿਤੇ ਝੋਲੇ ਚੱਕ ਕੇ ਬੈਗ ਚੱਕ ਕੇ ਤੁਰਿਆ ਫਿਰੀ, ਕਿਤੇ ਤੂੰ ਨਾ ਤੁਰਿਆ ਫਿਰੀ। ਜੇ ਰੱਬੀ ਬਾਣੀ ਧਿਆਨ ਲਾ ਕੇ ਸੁਣ ਲਵੇਂ, ਪੁਜਾਰੀ ਦੇ ਕਹੇ ਹੋਏ ਸਾਰੇ ਹੀ ਤੀਰਥਾਂ ਦੇ ਨਹਾਉਣ ਇੱਥੇ ਹੀ ਹੋ ਗਏ। ਬੋਲੋ ਸਤਨਾਮ। ਦੇਖੋ ਇੱਕ ਪੰਕਤੀ ਨੇ ਕਿੱਡਾ ਗਿਆਨ ਦਿੱਤਾ। ਕਈ ਵਾਰੀ ਆਪਾਂ ਪੜ੍ਹੀ ਜਾਂਦੇ ਹਾਂ, ਸਮਝਦੇ ਨਹੀਂ, ਧਿਆਨ 'ਚ ਲਿਆਓ ਬਾਣੀ ਨੂੰ। ਇੱਕੋ ਹੀ ਪੰਕਤੀ ਤੋਂ ਕਿੱਡਾ ਗਿਆਨ ਮਿਲ ਗਿਆ। ਹੁਣ ਕਿੱਡਾ ਵੱਡਾ ਜਾਨੀ ਕਿ ਢੌਂਗਰਾ ਚਲੇ, ਕਿੱਡਾ ਵੱਡਾ ਹੋ ਗਿਆ। ਉਹ ਜੀ ਪੂਰਨਮਾਸ਼ੀ ਲੱਗਦੀ ਹੈ, ਜੋ ਮੱਸਿਆ ਲੱਗਦੀ ਹੈ, ਜੋ ਦਸਵੀਂ ਲੱਗਦੀ ਹੈ ਫਲਾਣੇ ਬਾਬਿਆਂ ਦੇ, ਇਹ ਹੁੰਦਾ, ਆਹ ਹੁੰਦਾ, ਤੁਸੀਂ 21 ਪੂਰਨਮਾਸ਼ੀਆਂ ਨਾਲ ਲਓ, ਤੁਸੀਂ 31 ਮੱਸਿਆ ਨਾਲ ਲਓ, ਤੁਸੀਂ ਇੰਨਿਆਂ ਕਰ ਲਓ। ਨਾ ਬਾਣੀ 'ਚ ਤਾਂ ਕਦੇ ਨਹੀਂ ਲਿਖਿਆ। ਇਸ ਕਰਕੇ ਇੱਦਾਂ ਗੱਲ ਨੂੰ ਸਮਝੋ ਵੀ ਧਰਮ ਜਗਤ ਦੇ ਵਿੱਚ ਬੜੀਆਂ ਗੁੰਝਲਾਂ ਪਾ ਦਿੱਤੀਆਂ ਬੜੇ ਲੋਕੀ, ਕਿਉਂਕਿ ਅਸੀਂ ਗੁਰਬਾਣੀ ਨੂੰ ਪੜ੍ਹਦੇ ਨਹੀਂ ਅਰਥਾਂ ਸਮੇਤ। ਇਸ ਕਰਕੇ ਜਦੋਂ ਕੋਈ ਵੀ ਪ੍ਰਚਾਰਕ ਗੁਰਬਾਣੀ ਦੇ ਆਧਾਰ ਤੇ ਗੱਲ ਕਰਦਾ ਹੈ, ਕਈ ਸਾਡੇ ਭੈਣ ਭਰਾਵਾਂ ਨੂੰ ਲੱਗਦਾ ਵੀ ਸ਼ਾਇਦ ਇਹ ਗਲਤੀਆਂ ਗੱਲਾਂ ਕਰਦਾ ਹੈ। ਮਾਫ਼ ਕਰ ਦੇਣਾ, ਕਿਉਂਕਿ ਬਾਣੀ ਦਾ ਸੱਚ ਸੁਣਿਆ ਨਹੀਂ। ਕਈ ਵਾਰ ਇੱਕਦਮ ਕਈਆਂ ਦੇ ਬਾਣੀ ਦਾ ਸੱਚ ਜਾਣੀ ਕਿ ਹਜਮ ਵੀ ਨਹੀਂ ਹੁੰਦਾ। ਕਈਆਂ ਦੇ, ਸਾਰਿਆਂ ਦੇ ਨਹੀਂ ਕਿਹਾ, ਪਿਆਰ ਵਾਲੇ ਬੈਠੇ ਹੋ, ਉਹ ਅੰਦਰ ਹਜਮਾ ਖਰਾਬ ਹੋ ਗਿਆ ਨਾ, ਝੂਠੀਆਂ ਕਹਾਣੀਆਂ ਸੁਣ ਕੇ, ਗੱਪ ਕਹਾਣੀਆਂ ਸੁਣ ਕੇ। ਇਸ ਕਰਕੇ ਕਈ ਵਾਰੀ ਬਾਣੀ ਦਾ ਸੱਚ ਨਾ ਇੱਕਦਮ ਕਈਆਂ ਦੇ ਡਿਜੈਸਟ ਨਹੀਂ ਹੁੰਦਾ, ਹਾਜ਼ਮ ਹੀ ਨਹੀਂ ਆਉਂਦਾ। ਉਹ ਗੱਲ ਹੋ ਗਈ ਨਾ। ਤੁਹਾਨੂੰ ਇੱਕ ਜਾਣੀ ਕਿ ਇੱਕ ਵਰਤੀ ਗੱਲ ਦੱਸਾਂ, ਇਹ ਇੱਕ ਵਰਤੀ ਗੱਲ ਹੈ, ਇਹ ਗੱਲ ਸਮਝਣ ਵਾਸਤੇ। ਇਹ ਹੈ ਤਾਂ ਸਾਡੇ ਪੰਜਾਬ ਦੀ ਗੱਲ। ਉਹ ਕੀ ਹੋਇਆ, ਉੱਥੇ ਮੇਰੇ ਕੋਲ ਨਾ ਪਿੰਡ, ਸਾਡਾ ਬਠਿੰਡੇ ਕੋਲ ਪਿੰਡ ਹੈ, ਇੱਕ ਮੇਰਾ ਰਿਸ਼ਤੇਦਾਰ ਹੈ ਦਿੱਲੀ। ਉਹ ਸਾਨੂੰ ਮਿਲਣ ਵਾਸਤੇ ਆ ਗਿਆ। ਜਦੋਂ ਮਿਲਣ ਵਾਸਤੇ ਆਇਆ ਤੇ ਸ਼ਾਮ ਨੂੰ ਜਾਣੀ ਕਿ ਅਸੀਂ ਉਸ ਨੂੰ ਆਪਣੇ ਪਿੰਡ ਵਾਲੀ ਦੁੱਧ ਪਿਆਤਾ, 8 ਫੈਟ ਵਾਲਾ। ਪਿੰਡਾਂ 'ਚ ਇੱਦਾਂ ਹੀ ਹੁੰਦਾ ਆਪਣੇ, ਉਹੀ ਦੁੱਧ ਪਿਲਾਇਆ। ਜਦੋਂ ਉਹ ਦੁੱਧ ਪੀਣ ਤੋਂ ਬਾਅਦ ਜਾਣੀ ਕਿ ਉਹਨੂੰ ਵੱਟ ਜਾ ਉੱਠ ਖੜਿਆ, ਪੇਟ ਦਰਦ ਜਿਹਾ। ਕਹਿੰਦਾ ਇਹ ਕੀ ਤੁਸੀਂ ਗਲਤ ਜਿਹਾ ਦੁੱਧ ਪਿਆ ਦਿੱਤਾ, ਗਲਤ ਜਿਹਾ ਦੁੱਧ ਪਿਆ ਦਿੱਤਾ। ਮੈਂ ਕਿਹਾ ਵੀ ਹਾਂ, ਅਸਲ ਦੇ ਵਿੱਚ ਦੁੱਧ ਤਾਂ ਗਲਤ ਨਹੀਂ, ਸਾਥੋਂ ਗਲਤੀ ਜ਼ਰੂਰ ਹੋ ਗਈ। ਮੈਂ ਕਿਹਾ ਭੁੱਲ ਗਏ ਅਸੀਂ, ਤੇਰਾ ਪੇਟ ਦਿੱਲੀ ਦੇ ਸਪਰੇਟੇ ਤੇ ਲੱਗਿਆ ਹੋਇਆ। ਬੋਲੋ ਸਤਨਾਮ। ਹੁਣ ਉਹਨੂੰ ਲੱਗੇ ਵੀ ਦੁੱਧ ਗਲਤ ਹੈ, ਕਿਉਂਕਿ ਉਹਦਾ ਆਪਣਾ ਹਾਜ਼ਮਾ। ਮੈਂ ਕਿਹਾ ਵੀ ਮਾਫ਼ ਕਰਨਾ, ਗਲਤੀ ਹੋ ਗਈ ਸਾਥੋਂ। ਕਿਉਂ ਸੋਹਣ ਸਪਰੇਟਾ ਪੀਂਦੇ ਦਿੱਲੀ ਦਾ, ਕਿੱਥੇ ਦਿੱਲੀ ਦਾ ਸਪਰੇਟਾ ਤੇ ਕਿੱਥੇ ਸਾਡਾ ਹੁਣ ਭਾਈ ਬਤਾਓ ਦਾ ਸ਼ੁੱਧ ਦੁੱਧ ਆਪਣਾ ਪਿੰਡਾਂ ਦਾ, ਤੇ ਉਹਦੇ ਹਾਜ਼ਮੇ ਕਿੱਥੋਂ ਆਵੇ। ਇੱਦਾਂ ਕਹਿਣ ਦਾ ਭਾਵ ਵੀ ਕਈ ਵਾਰ ਕੀ ਹੁੰਦਾ ਹੈ, ਇੱਦਾਂ ਹੀ ਜਾਨੀ ਕਿ ਬਾਣੀ ਦਾ ਜਦੋਂ ਨਰੋਲ ਸੱਚ ਕੋਈ ਪ੍ਰਚਾਰਕ ਦੱਸਦਾ, ਕੋਈ ਵੀ, ਇਕੱਲੇ ਸਾਡੀ ਗੱਲ ਨਹੀਂ, ਇੱਕ ਪ੍ਰਮਾਣ ਤੁਹਾਨੂੰ ਬਾਣੀ ਚੋਂ ਦਿੱਤਾ ਨਾ, ਉਦੋਂ ਕਈ ਫਿਰ ਮੈਨੂੰ ਮਾਫ਼ ਕਰ ਦੇਣਾ, ਸਾਡੀ ਭੈਣ ਭਰਾਵਾਂ ਦੇ ਬਾਣੀ ਤਾਂ ਸੱਚ ਨਹੀਂ ਫਿੱਟ ਆ ਰਿਹਾ। ਬੜੇ ਅਫਸੋਸ ਦੀ ਗੱਲ ਹੈ। ਗੁਰਬਾਣੀ ਦੇ ਸੱਚ ਨੂੰ ਹੀ ਸਾਡੇ ਹੀ ਕੁਝ ਭੈਣ ਭਰਾ ਨਿੰਦਾ ਕਹਿ ਦਿੰਦੇ ਆ, ਜਾਂ ਜੋ ਕਿ ਪਖੰਡ ਚੱਲਦਾ। ਅਸੀਂ ਪਖੰਡ ਚਲਾਏ ਹੋਏ ਨੇ ਜੋ ਗੁਰਦੁਆਰਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ, ਜਦੋਂ ਉਹਨਾਂ ਦੀ ਕਾਟ ਕਰੀਦੀ ਹੈ ਉਦੋਂ ਕਈਆਂ ਦੇ ਹਜਮੇ ਨਹੀਂ ਹੁੰਦੀ। ਮੈਂ ਤੁਹਾਨੂੰ ਆਰਤੀ ਦੀ ਗੱਲ ਦੱਸੀ ਹੈ ਵੀ ਸਾਡਿਆਂ ਨੇ ਵੀ ਢਕਵਾਂ ਨਾ ਚਲੇ ਆਰਤੀਆਂ ਦੇ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਥਾਲੀਆਂ ਘਕਾਈ ਜਾਂਦੇ ਨੇ। ਦੱਸੋ
इदां सो इदां धर्म का इन्ना ढकवंजा ना कोई संबंध नहीं, सारे एक ढकवंज कह लो, अडंबर एक पसारा रच लिया जाता है, एक पसारा रच लिया जाता है। सो ये ढकवंजा पसारिਆਂ तो बचो भाई, गुरबाणी के सच ਨੂੰ समझो तो बस मेरे मन इको ही मालक परमात्मा ਨੂੰ महसूस कर, यही सच्ची पूजा है बस। ये कोई पूजा नहीं होंगी भी आ घ्यो फूक ले, थालियां घकालियां ये कर लिया ना। याद रखियो पंक्ति पहला पढ़ी सी ना, पूजा कीचै नाम ध्याईऐ बिन नावै पूज ना होए। परमात्मा जी नूं याद करन तो बिना होर कोई पूजा नहीं हुंदी, होर कोई पूजा नहीं, बस रब्बी बाणी राही मालक दी गुण गाउणे है। चलो आओ नाल नाल हुण आपां शब्द दी विचार नूं भी अगे तोरीए। भज मन मेरे एको नाम, जी तेरे कै आवै काम रहाओ। मेरे मन इको एक परमात्मा का नाम जप, भाव इको मालक नूं महसूस कर, बस ये ही सारा कुछ आ गया। भज मन मेरे एको नाम, जी तेरे कै आवै काम रहाओ। गुरु जी कहते बस यही तेरे जिंद दे काम आउणा है। जी कह लो, जिंद कह लो, जी तेरे कै आवै काम, इसने ही तेरे जिंद दे काम आउणा है। बाकी जिहड़ा कर्म कांड है काम नहीं किसे आउंदा ना। गुरु जी कहते हर बिन अवर किरिया व्यर्थे, परमात्मा की याद तो बिना जिहड़ा होर कर्म कांड है सब व्यर्थ है, फजूल है। देखो एक फैसला बाणी का ते आपां नित रहरास साहब च भी पढ़ते हाँ, भई प्रापत मानुख देहुरिया गोबिंद मिलन की ये तेरी वरिया, अवर काज तेरा कितै न काम मिल साध संगत भज केवल नाम। केवल नाम आ गया ना, ये मानस दे ही तेनू परमात्मा दे मिलण दी वारी मिल गई। भई प्रापत मानुख देहुरिया गोबिंद मिलन की ये तेरी वरिया, वरिया कह लो, वारी कह लो, चांस कह लो, मौका कह लो, अवसर कह लो। ये जी मनुखा दे ही प्राप्त होगी, ये मानो तेनू परमात्मा दे मिलण दा एक मौका मिल गया, चांस मिल गया, वरिया मिल गई, वारी मिल गई। अगली पंक्ति जी गुरु जी साधन दसदे हैं कि की कर, आवर काज तेरा किते ना काम। आ देखो दस दिता ना पहला तो भी जिहड़े होर कर्म कांड है ये किसे काम नहीं आउणा। आवर काज दा भाव इत्थे कर्म कांड, मिल साध संगत भज केवल नाम। की कर, गुरु की संगत विच मिल बैठ, जिवें आपां हुण मिल बैठे हाँ। साध संगत की हुंदा है, गुरु की संगत। साधु सतगुर की बाणी में ध्यान ला के सुन, उत्तम श्लोक साध के वचन उमलीक लाल ए रतन, सुनत कमावत हो तो उधार। सिद्ध होया साधु सतगुर की बाणी में ध्यान ला के सुनना ही साध संग है। तो साध संग करने वालियां नूं की कहते हैं, सारी साध संगत। सो एक तो गुरु की संगत विच मिल बैठ, जिथों सच्चा ज्ञान मिलता है, तो मालक परमात्मा नूं याद कर। मिल साध संगत भाज केवल नाम, केवल तो बस सिर्फ बस यही साधन है। ये तो बिना जिहड़ा होर जिन्ने भी दुनिया काम करती है धर्म समझ के, आवर काज किन्ने दुनिया कर्म कांड करती है, ये किसे काम नहीं आने। जिहड़े तू होर धर्म समझ के कर्म करदा है ना, किसे काम नहीं आने। आवर काज तेरा किते ना काम, मिल साध संगत भज केवल नाम। सो कर्म कांड है जिन्ना भी, ये किसे भी काम नहीं आना। किसी ने नहीं पूछना तुसीं धर्म के नाते किन्ना घ्यो तेल फूकिया, जां तुसीं धर्म के नाते किन्ने कर्म कांड कीते, की कुछ कीता ना। बस गुरु की संगत दे विचों ज्ञान प्राप्त करो ते परमात्मा नूं याद करो। जिन्ना भी हो सके दुनिया च विचरदे भले दा काम करो, विच दुनिया सेव कमाईए तां दरगाह वैसन पाईए, कहो नानक बांह लुड़ाईए। ते तेरी जिंद दे काम नाम ही आउणा है बस, होर नहीं कुछ भी। भज मन मेरे एको नाम, जी तेरे कै आवै काम रहाओ। हाँ जी, रहाओ वाले बंद की व्याख्या होगी पूरी। आओ शब्द का पहला बंद है, शब्द शुरू होंदा जिथों, हर सिमरत तेरी जाए बलाए, सर्व कल्याण बसै मन आए। ये शब्द का पहला बंद है, दो डंडियां दे विचकार एक अंक आ गया भी भाव ये शब्द का पहला बंद है। परमात्मा जी नूं याद करदिआं जिहड़ी तेरी बला है सारी ये चली जाती है। बहुत तरह दीयां बलावां जानी कि साडे गल पै गईयां। बला की हुंदी है भी अनहोई चीज़ नूं असीं मन करके मन लिया। अनहोई एक था मैनूं एक बजुर्ग मिलिया, गल जी बला किवें पैंदी है पल्ले, किवें बला गल पैंदी है, वो बला किवें मुश्किल बन जाती है।
ਉਹ ਕਹਿਣ ਲੱਗਿਆ ਭਾਈ ਸਾਹਿਬ ਮੈਨੂੰ ਇੱਕ ਮੁਸ਼ਕਲ ਬਣੀ ਹੋਈ ਹੈ। ਮੈਂ ਕਿਹਾ ਦੱਸੋ ਬਜ਼ੁਰਗੋ ਕੀ ਮੁਸ਼ਕਲ ਬਣੀ ਹੈ। ਕਹਿੰਦਾ ਜਦੋਂ ਨਾ ਮੈਂ ਬਾਣੀ ਪੜ੍ਹਨ ਲੱਗਦਾ ਅਜੇ ਸ਼ੁਰੂ ਹੀ ਕਰਦਾ, ਕਹਿੰਦਾ ਉਸੇ ਵੇਲੇ ਕਹਿੰਦਾ 5 ਇੱਛਾਧਾਰੀ ਸੱਪ ਮੇਰੇ ਕੋਲ ਆ ਕੇ ਖੜ ਜਾਂਦੇ ਆ। ਮੈਂ ਕਿਹਾ ਬਜ਼ੁਰਗੋ ਇੱਛਾਧਾਰੀ ਸੱਪਾਂ ਦੀ ਚੀਜ਼ ਹੀ ਹੈ ਨਹੀਂ ਕੋਈ। ਦੇਖੋ ਉਹਦੇ ਮਨ ਨੇ ਅਣਹੋਈ ਚੀਜ਼ ਨੂੰ ਮੰਨ ਲਿਆ, ਅਣਹੋਈ ਚੀਜ਼ ਨੂੰ। ਮੈਂ ਕਿਹਾ ਬਾਹਰ ਕਿੱਥੇ ਖੜਿਆ ਦੱਸੋ, ਲੈ ਤੂੰ ਬਾਣੀ ਪੜ੍ਹਨ ਲੱਗ ਦੱਸੀ ਕਿੱਥੇ ਆ ਕੇ ਖੜਦਾ ਸੱਪ। ਇਹ ਤੇਰੇ ਮਨ ਨੇ ਘੜ ਲਏ ਨਾ ਇੱਛਾਧਾਰੀ ਸੱਪ, ਤੇ ਮਨ ਦੇ ਵਿੱਚ ਢਾ ਦੇ ਤੂੰ। ਇਹ ਤੈਨੂੰ ਬਲਾ ਚੁੰਬੜ ਗਈ, ਭਾਵ ਕਿ ਤੇਰੇ ਮਨ ਨੇ ਇੱਕ ਅਣਹੋਈ ਚੀਜ਼ ਘੜ ਲਈ, ਇਹ ਤੇਰੇ ਗਲ ਪੈ ਗਈ ਅਣਹੋਈ ਚੀਜ਼, ਕਿਉਂਕਿ ਤੇਰੇ ਮਨ ਨੇ ਇਸ ਬਲਾ ਨੂੰ ਮੰਨ ਲਿਆ, ਇਹ ਤੈਨੂੰ ਮੁਸ਼ਕਲ ਬਣ ਗਈ। ਇੱਦਾਂ ਬੜੀਆਂ ਬਲਾਵਾਂ ਗਿਆਨ ਤੋਂ ਬਿਨਾਂ ਯਾਨੀ ਕਿ ਲੋਕਾਂ ਨੇ ਆਪਣੇ ਗਲ ਪਾਈਆਂ ਹੋਈਆਂ, ਜੋ ਚੀਜ਼ ਹੈ ਹੀ ਨਹੀਂ, ਭਾਵ ਕਿ ਉਸ ਨੂੰ ਮਨ ਨੇ ਮੰਨ ਲਿਆ ਤੇ ਐਵੇਂ ਇੱਕ ਬਲਾ ਬਣ ਗਈ। ਪਿਛਲੀ ਹਾਰੀ 'ਚ ਆਪਾਂ ਦੱਸਿਆ ਸੀ ਵੀ ਕਈਆਂ ਨੂੰ ਬਲਾ ਚੁੰਬੜ ਜਾਂਦੀ ਹੈ, ਖਿਆਲ ਮੈਨੂੰ ਜੀ ਨਜ਼ਰ ਲੱਗੀ ਲੱਗਦੀ ਹੈ ਬੁਰੀ। ਕਿਹਨੇ ਦੱਸਿਆ ਤੈਨੂੰ? ਜੋਤਸ਼ੀ ਨੇ ਦੱਸਿਆ। ਦੱਸ ਲੈ ਵੀ ਉਹ ਤਾਂ ਬਕਵਾਸ ਕਰਦਾ। ਆਪਣੇ ਗੁਰੂ ਨੂੰ ਪੁੱਛਣਾ, ਗੁਰੂ ਜੀ ਤਾਂ ਕਹਿੰਦੇ ਤੰਤ ਮੰਤ ਨਾ ਜੋਹ ਈ ਤਿਤ ਚਾਖ ਨਾ ਲੱਗੈ। ਆ ਦੇਖੋ ਜਿਹਨੂੰ ਸੋਝੀ ਆ ਗਈ ਨਾ ਬਾਣੀ ਦੇ ਗਿਆਨ ਦੀ, ਉਹਨੂੰ ਪਤਾ ਲੱਗ ਗਿਆ ਵੀ ਕੋਈ ਤੰਤਰ ਮੰਤਰ ਕਿਸੇ ਤਵੀਤ ਧਾਗੇ ਜਾਦੂ ਟੂਣੇ 'ਚ ਕੋਈ ਤਾਕਤ ਨਹੀਂ, ਉਸ ਨੂੰ ਸੋਝੀ ਆ ਗਈ, ਚਾਖ ਨਾ ਲੱਗੈ। ਚਾਖ ਬੁਰੀ ਨਜ਼ਰ ਨੂੰ ਕਹਿੰਦੇ ਆ। ਲਓ ਜੀ ਆਪਣੇ ਗੁਰੂ ਜੀ ਕੀ ਕਹਿੰਦੇ? ਕਹਿੰਦੇ ਬੁਰੀ ਨਜ਼ਰ ਤਾਂ ਲੱਗਦੀ ਨਹੀਂ ਹੁੰਦੀ ਕੋਈ। ਹੁਣ ਜਿਹਦੇ ਮਨ ਨਹੀਂ ਮੰਨ ਲਿਆ, ਨਾ ਜੀ ਨਜ਼ਰ ਲੱਗੀ ਹੋਈ ਹੈ ਮੈਨੂੰ ਤਾਂ, ਨਜ਼ਰ ਲੱਗੀ ਹੈ ਮੈਨੂੰ ਤਾਂ। ਖਾਸ ਕਰਕੇ ਜਾਣੀ ਕਿ ਸਾਡੀਆਂ ਭੈਣਾਂ ਧੀਆਂ ਇਹ ਜਿਹੀਆਂ ਗੱਲਾਂ ਵੱਧ ਮੰਨ ਲੈਂਦੀਆਂ, ਨਜ਼ਰ ਲੱਗੀ ਹੈ। ਹੁਣ ਮਨ ਨਹੀਂ ਮੰਨ ਲਿਆ ਮੈਨੂੰ ਤਾਂ ਨਜ਼ਰ ਲੱਗੀ ਹੋਈ ਹੈ, ਦੱਸੋ ਤਾਂ ਕੀ ਇਲਾਜ ਹੈ? ਹੁਣ ਬਲਾ ਪੈ ਗਈ ਨਾ, ਮੁਸ਼ਕਲ ਬਣ ਗਈ ਨਾ। ਇੱਦਾਂ ਗਿਆਨ ਤੋਂ ਬਿਨਾਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਬਲਾਵਾਂ ਮੈਨੂੰ ਜੀ ਭੂਤ ਪ੍ਰੇਤ ਦੀ ਝਾਕਣਾ ਹੋ ਗਈ। ਇਹ ਆਪਾਂ ਪਿਛਲੇ ਦੀਵਾਨ 'ਚ ਗੱਲ ਕਰ ਲਈ ਸੀ। ਤਾਂ ਤੇ ਕੋਈ ਕਹਿੰਦਾ ਧੁੰਦ ਤੇ ਰਾਹੂ ਕੇਤੂ ਆ ਗਿਆ, ਕੋਈ ਕੁਛ। ਇੱਦਾਂ ਕੁਛ ਨਹੀਂ ਹੁੰਦਾ। ਇਹ ਸਿਰਫ ਸਾਨੂੰ ਡਰਾ ਕੇ ਲੁੱਟਣ ਦਾ ਯਾਨੀ ਕਿ ਸਾਧਨ ਬਣਾਇਆ ਹੋਇਆ ਹੈ। ਤਾਂ ਤੇ ਸਾਡੇ ਗਲ ਇਹ ਬਲਾ ਪਾ ਦਿੱਤੀ ਜਾਂਦੀ ਹੈ। ਅਸੀਂ ਅਣਹੋਈਆਂ ਚੀਜ਼ਾਂ ਨੂੰ ਮੰਨ ਲੈਂਦੇ ਹਾਂ ਤੇ ਉਹ ਮੁਸ਼ਕਲ ਬਣਨੀ ਹੈ। ਫਿਰ ਮੁਸ਼ਕਲ ਤਾਂ ਬਣੂ ਜੇ ਤੁਸੀਂ ਮਨ ਕਰਕੇ ਮੰਨ ਲਿਆ ਜਿਹੜੀ ਬਲਾ ਨੂੰ। ਪਰ ਜਦੋਂ ਅਸੀਂ ਗੁਰਬਾਣੀ ਦੇ ਸੱਚੇ ਗਿਆਨ ਰਾਹੀਂ ਪਰਮਾਤਮਾ ਜੀ ਨਾਲ ਜੁੜਦੇ ਹਾਂ, ਫਿਰ ਪਰਮਾਤਮਾ ਜੀ ਨੂੰ ਚੇਤੇ ਵਿੱਚ ਰੱਖਿਆ, ਹਰ ਸਿਮਰਤ ਦਾ ਭਾਵ ਤੇਰੀ ਜਾਏ ਬਲਾਏ। ਇਹ ਜਿਹੜੀ ਬਲਾ ਹੈ ਨਾ ਤੇਰੀਆਂ, ਇਹ ਸਾਰੀਆਂ ਚਲੀਆਂ ਜਾਣਗੀਆਂ। ਸੱਚੇ ਗਿਆਨ ਨੇ ਤੇਰੇ ਸਾਰੇ ਵਹਿਮ ਭਰਮ ਤੋੜ ਦੇਣੇ ਹੈ। ਪਰਮਾਤਮਾ ਦੀ ਯਾਦ ਨੇ ਸਾਰੀ ਇਹ ਬਲਾ ਜਿਹੜੀ ਮੁਸ਼ਕਲ ਹੈ ਦੂਰ ਕਰ ਦੇਣੀ ਹੈ। ਇਸ ਕਰਕੇ ਜੇ ਚਾਹੁੰਦੇ ਹਾਂ ਵੀ ਜੋ ਸਾਡੇ ਬਲਾ ਪਈ ਹੈ ਗਲ, ਜੋ ਸਾਨੂੰ ਮੁਸ਼ਕਲ ਬਣੀ ਹੋਈ ਹੈ, ਇਹ ਦੂਰ ਹੋ ਜਾਵੇ, ਤਾਂ ਗੁਰੂ ਦਾ ਵਚਨ ਮੰਨੀਏ, ਪਰਮਾਤਮਾ ਨੂੰ ਚਿੱਤ ਵਿੱਚ ਵਸਾਈਏ। ਪਰਮਾਤਮਾ ਚਿੱਤ ਵਿੱਚ ਵਸ ਜਾਵੇ, ਪਰਮਾਤਮਾ ਜੀ ਦਾ ਸਿਮਰਨ ਬਣਿਆ ਰਹੇ, ਯਾਦ ਬਣੀ ਰਹੇ, ਤਾਂ ਇਹ ਬਲਾ ਜਿਹੜੀ ਚਲੀ ਗਈ। ਹਰ ਸਿਮਰਤ ਤੇਰੀ ਜਾਏ ਬਲਾਏ, ਸਰਬ ਕਲਿਆਣ ਬਸੈ ਮਨ ਆਏ। ਸਾਰੇ ਹੀ ਸੁੱਖ ਮਨ ਦੇ ਵਿੱਚ ਆ ਵਸਦੇ ਹੈ। ਸਰਬ ਕਲਿਆਣ ਦਾ ਭਾਵ ਕੀ ਹੈ? ਸਾਰੇ ਸੁੱਖ, ਸਾਰੇ ਸੁੱਖ ਮਨ ਵਿੱਚ ਆ ਵਸਦੇ ਹੈ। ਮਨ ਸ਼ਾਂਤ ਹੋ ਜਾਂਦਾ, ਟਿਕ ਜਾਂਦਾ, ਸੁਖੀ ਹੋ ਜਾਂਦਾ। ਆਪ ਨੂੰ ਪਤਾ ਟਿਕਿਆ ਹੋਇਆ ਜਿਹੜਾ ਮਨ ਹੈ ਨਾ, ਇਹ ਸੁਖੀ ਤੇ ਸ਼ਾਂਤ ਹੁੰਦਾ। ਪੀਸ ਆਫ ਮਾਈਂਡ, ਮਨ ਦੀ ਸ਼ਾਂਤੀ, ਮਨ ਦਾ ਸੁੱਖ ਮਿਲ ਗਿਆ, ਬਹੁਤ ਵੱਡਾ ਸੁੱਖ ਮਿਲ ਗਿਆ। ਜਿਹਦੇ ਕੋਲੇ ਮਨ ਦਾ ਸੁੱਖ ਨਹੀਂ, ਮਨ ਦੀ ਸ਼ਾਂਤੀ ਨਹੀਂ, ਉਹਦੇ ਪੱਲੇ ਕੱਖ ਵੀ ਨਹੀਂ। ਇਸ ਕਰਕੇ ਗੁਰਬਾਣੀ ਦੇ ਗਿਆਨ ਦੇ ਰਾਹੀਂ ਕੀ ਹੋਇਆ? ਸਾਰੇ ਹੀ ਸੁੱਖ ਮਨ ਦੇ ਵਿੱਚ ਆ ਵਸੇ, ਕਿਉਂਕਿ ਮਨ ਟਿਕ ਗਿਆ, ਸ਼ਾਂਤ ਹੋ ਗਿਆ, ਸੁਖੀ ਹੋ ਗਿਆ। ਟਿਕਦਾ ਕਿਵੇਂ ਹੈ? ਜੋ ਸੱਚੇ ਗਿਆਨ ਦੇ ਰਾਹੀਂ ਸ਼ੁੱਧ ਹੁੰਦਾ ਮਨ। ਜਿੰਨੀ ਦੇਰ ਖੋਟ ਹੈ ਉਨੀ ਦੇਰ ਤੱਕ ਟਿਕਦਾ ਨਹੀਂ। ਨਿਮਖ ਮਾਹੇ 4 ਕੁੰਟ ਫਿਰਾਵੈ। ਜਦੋਂ ਸ਼ੁੱਧ ਹੋ ਗਿਆ, ਜਬ ਤੇ ਸ਼ੁੱਧ ਭਏ ਹੈ 12 ਤਬ ਤੇ ਥਾਨ ਥਿਰੋ। ਉਦਾਹਰਨ ਦਿੱਤੀ ਨਾ, ਜਿਵੇਂ ਸੋਨਾ 12 ਬੰਨੀ ਦਾ ਸ਼ੁੱਧ ਹੋ ਜਾਂਦਾ, ਥਾਂ 'ਤੇ ਟਿਕ ਜਾਂਦਾ। ਜੇ ਖੋਟਾ ਸੋਨਾ ਤਾਂ ਪਠਾਲੀ ਵਿੱਚ ਭੁੜਕਦਾ ਹੈ। ਇੱਦਾਂ ਹੀ ਜੇ ਸਾਡੇ ਅੰਦਰ ਖੋਟ ਹੈ, ਬਸ ਅਸੀਂ ਭਟਕਦੇ ਹਾਂ। ਜਦੋਂ ਬਾਣੀ ਦੇ ਗਿਆਨ ਨੇ ਸਾਨੂੰ ਸ਼ੁੱਧ ਕਰ ਦਿੱਤਾ, ਉਸੇ ਵੇਲੇ ਮਨ ਟਿਕ ਗਿਆ ਘਰ ਵਿੱਚ। ਤਨ ਮੈਂ ਮਨੂਆ, ਜਿਹੜਾ ਮਨ ਹੈ ਇਹ ਤਨ ਵਿੱਚ ਟਿਕ ਗਿਆ। ਤਨ ਮੈਂ ਮਨੂਆ, ਮਨ ਮੈਂ ਸੱਚਾ। ਟਿਕੇ ਹੋਏ ਮਨ ਦੇ ਵਿੱਚ ਸੱਚਾ ਪਰਮਾਤਮਾ ਵਸ ਗਿਆ। ਫਿਰ ਕੀ ਹੋਇਆ? ਮਨ ਸੱਚਖੰਡ ਬਣ ਗਿਆ। ਸੱਚਖੰਡ ਵਸੈ ਨਿਰੰਕਾਰ। ਸ਼ੁੱਧ ਹੋਏ ਮਨ ਦੇ ਵਿੱਚ ਪਰਮਾਤਮਾ ਵਸਦਾ, ਸੱਚਖੰਡ ਪ੍ਰਗਟ ਹੋ ਗਿਆ। ਕਿੱਡੀ ਵੱਡੀ ਬਖਸ਼ਿਸ਼ ਹੋ ਜਾਂਦੀ ਹੈ। ਸੋ ਸਾਰੇ ਸੁੱਖ ਮਨ ਦੇ ਵਿੱਚ ਆ ਗਏ। ਫਿਰ ਪਰਮਾਤਮਾ ਤੇ ਸਾਰੇ ਸੁੱਖ ਇਕੱਠੇ ਹੀ ਰਹਿੰਦੇ ਆ। ਬਾਣੀ ਦੇ ਅਰਥ ਬਾਣੀ 'ਚੋਂ ਸਮਝ ਨਹੀਂ ਹੁੰਦੇ ਕਿਵੇਂ ਆ ਗਏ, ਕਿਉਂਕਿ ਤਨ ਮੈਂ ਮਨੂਆ, ਮਨ ਮੈਂ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ। ਸ਼ੁੱਧ ਹੋਏ ਮਨ ਦੇ ਵਿੱਚ ਪਰਮਾਤਮਾ ਵਸਦਾ ਹੈ। ਸ਼ੁੱਧ ਹੋਏ ਮਨ, ਇਸ ਕਰਕੇ ਸ਼ੁੱਧ ਮਨ ਸੱਚਖੰਡ ਬਣ ਗਿਆ। ਕੋਈ ਸੱਚਖੰਡ ਵਸੈ ਨਿਰੰਕਾਰ। ਬਾਣੀ ਦੇ ਅਰਥ ਬਾਣੀ 'ਚ ਸਮਝੀ ਚੱਲੋ। ਤਾਂ ਤੇ ਇੱਦਾਂ ਸਾਰੇ ਹੀ ਸੁੱਖ ਮਨ 'ਚ ਆ ਗਏ, ਕਿਉਂਕਿ ਮਨ ਵਿੱਚ ਰੱਬ ਆ ਗਿਆ, ਪਰਮਾਤਮਾ ਆ ਗਿਆ। ਸਾਰੇ ਸੁੱਖ ਆ ਵਸੇ ਮਨ ਦੇ ਵਿੱਚ।
हर सिमरत तेरी जाए बलाए, सर्व कल्याण बसै मन आए। ये शब्द का पहला बंद पूरा हो गया। अगे रहाऊ की पंक्ति आ गई, पहला आप पढ़ ली। ते भज मन मेरे एको नाम, जी तेरे कह आवे काम। रहाऊ दो डंडियां दे विच एक अंक फिर आ गया, भाव कि रहाऊ का एक बंद है, रहाऊ का अंक है जिहड़ा वखरा हुंदा है। ते शब्द का दूजा बंद है रैन दिन सगुण गाओ अनंता, गुरपूरे का निर्मल मनता। रात दिन उस अनंत प्रभु के गुण गाओ, अनंत का भाव बेअंत। रैन दिन सगुण गाओ अनंता, बेअंत प्रभु के गुण गाओ। रैन दिन सुभाव, रात दिन का भाव भी सदा ही उस मालक नूं हर वेले हर थां महसूस करो, हर काम उहदे भै विच रह के करो। रैन दिन सिद्ध ही गुण गाउणे है ना, मन दे विच इह भाव बस जे भी मेरा मालक हर वेले हर थां हाजिर है, हर काम उहदे भै विच रह के करिए। इदां रात दिन उस मालक परमात्मा उस बेअंत प्रभु के गुण गाओ। ये नहीं होंदा भी किसी खास थां ते जाके परमात्मा भुल गया या किसी खास समय के उत्ते रब भुल गया, नहीं। गुरु जी कहते सदा ही बेअंत प्रभु के गुण गाओ, सदा ही उहदे भै विच रहो। रैन दिन सुगुण गाओ अनंता, गुरपूरे का निर्मल मनता। किवें परमात्मा के गुण गाइए, फिर अगली पंक्ति होर इशारा दे दिता कि पूरे गुरु जी का जो निर्मल उपदेश है, गुरपूरे का निर्मल मनता। मनत का अर्थ की हुंदा? उपदेश। ये गुरबाणी है जो एक एक वचन, ये जानी कि साधु सतगुर का श्रेष्ठ मंत्र है, निर्मल उपदेश है, निर्मल मंत्र है। बाणी का अर्थ बाणी चो समझ लो, सच मंत्र तुम्हारा अमृत बाणी। ये जो अमृत बाणी है ये तुहाडा सच्चा मंत्र है। किते लिखा है सुमंत्र साध वचना, कोट दोख विनाशन है। ये साधु सतगुर का एक एक वचन है, जो एक एक वचन सुमंत्र है। सुमंत्र का भाव श्रेष्ठ उपदेश है, निर्मल उपदेश कह लो, श्रेष्ठ उपदेश कह लो, सुमंत्र। किते गुरबाणी विच ही वचन आउंदा है कि जो एक एक वचन है गुरबाणी का, बाणी मंत्र महापुरखन की। ये जो बाणी है ये समझ लो महापुरखों का मंत्र है। एक गल ना किते भुल जाओ, गुर की बाणी गुर ते जाती। गुरबाणी नूं समझण दा सारिआं तो सौखा तरीका की है कि गुरबाणी नूं गुरबाणी दे विचों ही समझना। गुर की बाणी गुर ते जाती, गुरबाणी अपना सटीक आप ही है भी गुरबाणी की व्याख्या गुरबाणी दे विचों ही करो। हुण गुरबाणी विचों ही तुहानूं सिद्ध कर दिता ना भी मंत्र की है उपदेश, बाणी मंत्र महापुरखन की। ये जो गुरबाणी है ये महापुरखों का उपदेश है, मंत्र है। एक एक वचन श्रेष्ठ मंत्र है, एक एक वचन दे विच महान सिक्ख्या है। सो गुरबाणी दे निर्मल मंत्र दे राही, शुद्ध उपदेश दे राही परमात्मा दे गुण गा, भाव रब्बी बाणी दे राही रब दे गुण गा। गुरपूरे का निर्मल मनता। रात दिन परमात्मा दे गुण किवें गाइए? रब्बी बाणी दे राही। इत्थों सिद्ध हो गया गुरपूरे का निर्मल मनता। ये शब्द का दूजा बंद पूरा हो गया। शब्द का तीजा बंद है छोड़ उपाव एक टेक राख, महापदार्थ अमृत रस चाख। होर सारे उपा छड्ड दे, छोड़ उपाव। देखो ही वचन फिर आ गया ना। बड़ी दुनिया ना बड़े तरह तरह के पता नहीं कर्मकांडी उपा करी जाते हैं। कोई ज्योतिषी मगर लग के, कोई चेले मगर लग के, कोई किसी पखंडी मगर लग के पता नहीं की आ पा करते हैं। असी ग्रह टालण का पा करते हैं, साडी राशि बिगड़ी, असी राशि नूं ठीक करन दा पा करते हाँ। कुछ लोग ज्योतिषी मगर लग के पता नहीं की कुछ पानी च सिट देंदे है। कोई अपा करते फिरते हैं, कहते कोई तवीत धागे का अपा करो, कोई ये करो, कोई जादू टूना करो। नहीं नहीं, छड्ड दे सारे उपाव। ये कुछ नहीं, ये सिर्फ कर्मकांड है। ये समा शक्ति ते शर्माया खराब करने वाली गल है। इस करके सारे उपा छड्ड दे। उपा कुछ नहीं होंदे, छोड़ उपाव एक टेक राख। बस एक परमात्मा ते ही टेक रख, परमात्मा ते ही टेक रख। इस वचन की व्याख्या कर लो। एक टेक रख धर जीअरे, एक टेक तू लाहे बिडानी आस। नानक नाम ध्याईए कारज आवे रास। तज हो सियाणप सुरजन हो, सिमर हो हर हर राय। एक आस हर मन रखो, नानक दुख भरम भौ जाए। एक परमात्मा ते टेक रखो, सारे दुख दर्द भरम किधर ही जाणगे।
एक मालक ते टेक रखो। किते लिखिया अचिंत काम करे प्रभ तिनके जिन हर का नाम प्यारा। जिन्हों परमात्मा के नाम नाल प्यार है कहते उन्होंने काम परमात्मा च अचनचेत आप ही करी जाता है। भाव कि विघन कोई लगता ही नहीं, अपने आप ही सारे कार्य ठीक हो जाए। अचिंत काम करे लिखे बाणी च, अचनचेत आप ही यह जी विध बनती है, आप ही सारा कुछ ठीक हो जाता है, विघन कोई लगता ही नहीं। तो जेडे परमात्मा नालों टुट के एक कर्म कांडां च पै जाते हैं उन्होंने विघन लगी रहते हैं। लिखे ना कोट विघन तिस लाग ते जिसनों विसरै नाउ। जिन्हों परमात्मा का नाम भुल गया कहते उन्होंने करोड़ां विघन लगते हैं। कोट विघन तिस लाग ते जिसनों विसरै नाउ। नानक अन दिन बिलप ते ज्यों सुन्ने घर काऊ। कहते दिन रात इदां बिलकदे फिरदे हैं जिवें सुन्ने घर विच ਕਾਂ बिलकदा है। अनहोइयां भाव इहोजियां ਥਾਵਾਂ ਤੇ ਜਾਂਦੇ ਆ जिथे जानी कि कुछ नहीं, जिवें किसी उजड़े घर दे विच ਕਾਂ बिलके ना उत्थों कुछ नहीं मिलता। इदां लोकी की है अनहोइयां चीज़ां नूं मन्नी जांदे ने। फलानिया बाबिया है, फलानिया पीरा है, वो किते नहीं गा, किते नहीं। जो कहनो फलाने पीर का थां ढिमके बाबे का, ना 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 ना, ये एवें उजड़े घरां च बिलकण वाली गल है। फैसला बाणी दा परमात्मा जी तो बिना दूजी इत्थे कोई शक्ति नहीं। इस करके मालक परमात्मा हाँ गुर परमेश्वर एको जान एको ही है। ताते एक परमात्मा ते टेक रख ते छड़ दे सारे उपाव की कुछ करदा फिरना है। छोड़ उपाव एक टेक रख महापदार्थ अमृत रस चाख। परमात्मा दा जो अमृत नाम है, महापदार्थ है, महापदार्थ अमृत रस चाख। परमात्मा जी दे नाम रस नूं चख, परमात्मा दे ज्ञान अमृत नूं पी। झिम झिम वरसै अमृत धारा मन पीवै सुन शब्द विचारा। रब्बी बाणी नूं शब्द नूं विचार नूं ध्यान ला के सुन तां फिर ज्ञान अमृत पींदा जिहड़ा मन है। मन पीवै सुन शब्द विचारा ते फिर मन मजबूत हो जाता है। रब्बी बाणी दे ज्ञान अमृत नूं पी के ज्यों मंदिर को थम है थमण ते गुर का शब्द मन है अस्थमण। जिवें मकान नूं पिलर का सहारा हुंदा है, थम कह लो पिलर कह लो, इस तरह जो मन है मन नूं गुर शब्द का सहारा हुंदा है, रब्बी बाणी दे ज्ञान का सहारा हुंदा है। जदों ज्ञान अमृत नूं पी लिया मन मजबूत हो गया, जिंदगी च डोलदा नहीं। क्योंकि मन ना डिगे तन काहे को डराए, जे मन ना डिगे फिर तन ने भी की डरना है। क्योंकि मन तो ही तन विच डर पैदा आउंदा है ना। पहला मन च डर पैदा होया, तन दे विच आ गया, हार्ट बीट घटदी वधदी है, घबराहट होंदी है, स्वैटिंग होंदी है, होर बड़ा कुछ होंदा है। इस करके जे मन ना डिगे तां तन नहीं डर सकदा, ताते मन मजबूत होंदा है सच्चे ज्ञान के सहारे। इस करके महापदार्थ अमृत रस चाख। ज्ञान अमृत नूं पी, बस इदू बड़ा पदार्थ कोई नहीं। महापदार्थ अमृत रस चाख। अमृत वाणी हर हर तेरी सुन सुन होवे, परमगत मेरी जलन बुझी शीतल होए मनुआ सतगुर का दर्शन पाई जियो। महापदार्थ अमृत रस चाख। समाप्ति का बंद है शब्द का चौथा। बेखम सागर तेई जन तरे नानक जाको नदर करे। ये जो बेखम सागर कशन सागर है ये ओही मनुख तरदे है, मनुख स्त्री पुरुष कोई है। बेखम सागर तेई जन तरे नानक जाको नदर करे। बेखम सागर की है, थोड़ी कि विचार कह देवां, इशारा तो पिछली हाजरी च भी आया सी, मैनूं पता है। भाव सागर कोई उपर नहीं चलता किते, क्योंकि असीं सारा कुछ ना उपर ही जोड़ दिता, सारा कुछ ही उत्ते कोई भाव सागर नहीं चलता। तां भाव सागर इत्थे ही चलता है। भाव सागर का अर्थ की है, बाणी का अर्थ बाणी चो खोल लो। भाव सागर की हुंदा है, जो बेखम सागर कह लो, भाव सागर जो तरना कठन है, ताते वो सागर केड़ा है, माया मोह भाव जल है अबदू शब्द तरे कुल तारी। माया मोह का अर्थ है पदार्थवाद की पकड़। एक तो माया गुजरान है, एक मोह पकड़ अटैचमेंट, पदार्थवाद की पकड़ ही भाव सागर है। बोलो सतनाम। बस जिहदी सुरत विच चलिया गया पदार्थवाद, वो भाव सागर च डुब गया। गल होर थोड़ा जिहा समझो, शरीर ने भाव सागर च रहना है, पदार्थवाद च रहना शरीर ने। क्योंकि शरीर दीयां जिन्नियां भी लोड़ां है ये पदार्थ नहीं पूरियां करनियां। पदार्थवाद माड़ा नहीं कोई, पर सरीरक तल ते जदों पदार्थवाद सुरत विच चलिया गया डुब गई जीवन की बेड़ी भाव सागर च। जिमें कि उदाहरण राही समझ लो थोड़ा क, जिमें कि बेड़ी पानी विच ही तैरदी है ना, रेते तो नहीं तैरदी,
ਬੇੜੀ ਪਾਣੀ 'ਚ ਹੀ ਰਹਿਣ ਦਿਓ। ਬੇੜੀ ਨੇ ਪਾਣੀ 'ਚ ਹੀ ਰਹਿਣਾ, ਪਰ ਇੰਨਾ ਕੁ ਖਿਆਲ ਰੱਖਣਾ ਕਿ ਪਾਣੀ ਬੇੜੀ ਵਿੱਚ ਨਾ ਵੜੇ। ਬੋਲੋ ਸਤਨਾਮ। ਬਸ ਬੇੜੀ ਪਾਣੀ ਵਿੱਚ ਤੈਰਦੀ ਹੈ, ਪਰ ਜੇ ਪਾਣੀ ਬੇੜੀ ਵਿੱਚ ਵੜ ਗਿਆ, ਬੇੜੀ ਡੁੱਬ ਗਈ। ਭਾਵ ਕੀ ਹੈ, ਸਰੀਰ ਨੇ ਪਦਾਰਥਵਾਦ 'ਚ ਜਿਹੜਾ ਕਹਿੰਦਾ ਮੈਂ ਤਿਆਗੀ ਹੋ ਗਿਆ, ਤਿਆਗੀ ਪਖੰਡੀ ਹੈ। ਕੀ ਕਾਹਦਾ ਤਿਆਗ ਕਰਤਾ? ਇਹ ਕੋਈ ਤਿਆਗ ਨਹੀਂ ਹੁੰਦਾ ਵੀ ਕੱਪੜੇ ਪਾਉਣੇ ਛੱਡਤੇ ਜੀ, ਜੁੱਤੀ ਪਾਉਣੀ ਛੱਡਤੀ ਜੀ, ਖਾਣਾ ਛੱਡਤਾ ਜੀ, ਮੂੰਹ ਵਿੱਚ ਲਿਆ ਬੋਲਣਾ ਛੱਡਤਾ। ਇਹ ਤਿਆਗ ਹੈ ਕੋਈ? ਇਹ ਨਹੀਂ ਨਹੀਂ। ਵਸਤਰ ਨਾ ਪਹਿਰੈ ਅਹਿਨਸ ਕਹਿਰੈ। ਗੁਰੂ ਬਾਬਾ ਜੀ ਕਹਿੰਦੇ ਆਸਾ ਦੀ ਵਾਰ ਵਿੱਚ ਵਚਨ ਹੈ ਨਾ, ਜਿਹੜਾ ਕੱਪੜੇ ਨਹੀਂ ਪਾਉਂਦਾ ਐਵੇਂ ਦੁਖੀ ਹੋਈ ਜਾਂਦਾ। ਜਿਨ੍ਹਾਂ ਨੂੰ ਲੋਕਾਂ ਨੂੰ ਗਿਆਨ ਨਹੀਂ, ਉਹ ਮਹਾਤਮਾ ਮੰਨੀ ਜਾਂਦੇ, ਕਹਿੰਦੇ ਬੜਾ ਮਹਾਤਮਾ, ਕਹਿੰਦੇ ਬੜਾ ਤਿਆਗੀ ਉਹ ਬਾਬਾ ਜੀ ਦਾ। ਕੱਪੜੇ ਤਿਆਗ ਤੇ ਤਿਆਗ ਹੈ ਕੋਈ? ਇਹ ਖਾਣਾ ਛੱਡਣਾ ਤਿਆਗ ਨਹੀਂ, ਪਖੰਡ ਹੈ। ਬਾਣੀ ਵਿੱਚ ਕੀ ਲਿਖਿਆ ਹੈ? ਕਹਿੰਦੇ ਅੰਨ ਨਾ ਖਾਇਆ ਸਾਧ ਗਵਾਇਆ, ਅੰਨ ਨਹੀਂ ਖਾਧਾ ਜਿਉਣ ਦਾ ਸਵਾਦ ਹੀ ਗਵਾ ਲਿਆ। ਬੋਲੋ ਸਤਨਾਮ। ਜਿਉਣ ਦਾ ਸਵਾਦ ਹੀ ਗਵਾ ਲਿਆ। ਅੰਨ ਛੱਡ ਕੇ ਰੱਬ ਮਿਲਦਾ? ਨਹੀਂ ਨਹੀਂ ਨਹੀਂ। ਅੰਨੈ ਬਿਨੈ ਨਾ ਹੋਏ ਸੁਕਾਲ, ਤਜੇ ਅੰਨ ਨਾ ਮਿਲੇ ਗੋਪਾਲ। ਅੰਨ ਛੱਡ ਕੇ ਰੱਬ ਨਹੀਂ ਮਿਲਦਾ, ਕੱਪੜੇ ਛੱਡ ਕੇ ਰੱਬ ਨਹੀਂ ਮਿਲਦੇ, ਜੁੱਤੀ ਪਾਉਣੀ ਛੱਡ ਕੇ ਰੱਬ ਨਹੀਂ ਮਿਲਦੀ। ਬਾਂਦਰ ਨੰਗੇ ਪੈਰੀ ਫਿਰਦੇ ਨੇ, ਫਿਰ ਤਾਂ ਬਾਂਦਰ ਬ੍ਰਹਮ ਗਿਆਨੀ ਬਣ ਜਾਂਦੇ। ਹੁਣ ਪੱਗ ਓਪੇ ਤਾਣਾ ਆਪਣਾ ਕੀ ਆ? ਕਮਾਣਾ। ਕਹਿੰਦੇ ਨੰਗੇ ਪੈਰੀ ਫਿਰਦਾ, ਆਪਣੀ ਕੀਤੀ ਪਾਉਂਦਾ, ਆਪਣੀ ਕੀਤੀ ਪਾਉਂਦਾ ਹੈ। ਇਸ ਕਰਕੇ ਤਿਆਗ ਨਹੀਂ ਭਾਈ। ਜੁੱਤੀ ਪਾ, ਕੱਪੜੇ ਪਾ, ਭੋਜਨ ਛਕ। ਹਾਂ, ਛਕਣ ਦਾ ਨਿਯਮ ਹੈ, ਭੁੱਖ ਲੱਗੀ ਤੋਂ ਖਾਓ, ਰਹਿੰਦੀ ਹਟ ਜਾਓ। ਨੋਟ ਕਰ ਲਓ ਜੀ, ਤੰਦਰੁਸਤੀ ਦਾ ਫਾਰਮੂਲਾ ਕਿਤੇ ਹੀ ਨਾ ਲੰਘ ਜੇ। ਫਾਰਮੂਲਾ ਛੋਟਾ ਹੀ ਹੁੰਦਾ, ਵੱਡੀਆਂ ਵੱਡੀਆਂ ਮੁਸ਼ਕਲਾਂ ਹੱਲ ਕਰ ਦਿੰਦਾ। ਭੁੱਖ ਲੱਗੀ ਤੋਂ ਖਾਓ, ਰਹਿੰਦੀ ਹਟ ਜਾਓ। ਬਸ ਇਹ ਤੰਦਰੁਸਤੀ ਦਾ ਫਾਰਮੂਲਾ ਹੈ। ਵੀ ਭੁੱਖ ਲੱਗੀ ਤੋਂ ਰਹਿੰਦੀ ਸਮਝ ਕੇ ਨਾ, ਵੀ ਐਂ ਜਿਹੜਾ ਕਿ ਥੋੜਾ ਹੋਰ ਛਕ ਲਈਏ, ਬੰਦ, ਪੂਰਾ ਪੇਟ ਨਹੀਂ ਭਰਨਾ। ਤਾਂ ਤੇ ਚਲੋ, ਤਾਂ ਤੇ ਗੱਲ ਚੱਲੀ ਸੀ ਵੀ ਸਰੀਰ ਦੀਆਂ ਲੋੜਾਂ ਹੈ। ਆਰਾਮ ਨਾਲ ਭੋਜਨ ਛਕੋ, ਪੌਸ਼ਟਿਕ ਭੋਜਨ ਛਕੋ। ਠੀਕ ਹੈ ਵੀ ਪੌਸ਼ਟਿਕਤਾ ਨੂੰ ਮੁੱਖ ਰੱਖੋ, ਬੈਲੈਂਸ ਡਾਈਟ ਕਹਿ ਲਓ, ਜਿਹਦੇ ਵਿੱਚ ਆਇਰਨ, ਵਿਟਾਮਿਨ, ਮਿਨਰਲ ਜੋ ਹੋਣ। ਠੀਕ ਹੈ। ਤਾਂ ਤੇ ਕੱਪੜੇ ਆਪਦੇ ਕਿੱਤੇ ਮੁਤਾਬਕ। ਠੀਕ ਹੈ ਵੀ ਫੈਸ਼ਨ ਪ੍ਰਸਤੀਆਂ ਤੋਂ ਬਚੋ, ਸਾਦੇ ਕੱਪੜੇ ਪਾਓ। ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ, ਸਾਦਾ ਲਿਬਾਸ, ਉੱਚੀ ਸੋਚ ਕਹਿ ਲਓ ਪੰਜਾਬੀ 'ਚ। ਠੀਕ ਹੈ, ਨਿਯਮ ਹੈ ਵੀ ਇੱਦਾਂ ਦੇ ਕੱਪੜੇ ਨਾ ਪਾਓ। ਬਾਬਾ ਹੋਰ ਪਹਿਨਣ ਖੁਸ਼ੀ ਖਵਾਰ, ਜਿੱਤ ਪੈਦਾ ਤਨ ਪੀੜ ਗਿਆ ਮਨ ਮੈਂ ਚੱਲਹੇ ਬੇਕਾਰ। ਦੇਖੋ ਕੱਪੜੇ ਪਾਉਣ ਦਾ ਚੱਜ ਵੀ ਸਿਖਾਤਾ ਨਾ, ਵੀ ਚੱਜ ਹਾਂ ਜੁਗਤ ਗੁਰੂ ਤੋਂ ਸਿੱਖਣੀ ਹੈ। ਮਾਫ ਕਰ ਦੇਣਾ ਗੱਲ ਕਹਿੰਦੇ ਆ, ਗੁਰੂ ਦੀ ਮੱਤ ਤੋਂ ਬਿਨਾਂ ਤਾਂ ਕੱਪੜੇ ਪਾਉਣ ਦਾ ਚੱਜ ਨਹੀਂ ਆਉਂਦਾ। ਦੇਖ ਲਓ ਅੱਜ ਕੀ ਹਾਲ ਹੋਇਆ ਪਿਆ। ਐਸੇ ਕੱਪੜੇ ਨਾ ਪਾਓ, ਉੱਠਦੇ ਬਹਿੰਦੇ ਤਕਲੀਫ ਹੋਵੇ। ਸਾਡੀਆਂ ਧੀਆਂ ਭੈਣਾਂ ਵੀ ਸਮਝ ਲਿਓ ਗੱਲ ਨੂੰ। ਤਾਂ ਤੇ ਹੋਰ ਹੀ ਤਰ੍ਹਾਂ ਦੇ ਕੱਪੜੇ ਨਹੀਂ ਪਾਉਣੇ, ਵੀ ਹੋਰ ਹੀ ਤਰ੍ਹਾਂ ਦੀਆਂ ਫੈਸ਼ਨ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪੈਦਾ ਤਨ ਪੀੜ ਗਿਆ ਮਨ ਮੈਂ ਚੱਲੇ ਬੇਕਾਰ। ਉੱਠਦੇ ਬਹਿੰਦੇ ਤਕਲੀਫ ਹੋਵੇ, ਮਨ ਵਿੱਚ ਵਕਾਰ ਪੈਦਾ ਹੋਣ। ਨਹੀਂ, ਇੱਦਾਂ ਦੀ ਬਚੋ। ਸਾਦਾ ਲਿਬਾਸ, ਉੱਚੀ ਸੋਚ। ਵਾਧੂ ਖਾਣੇ ਛੱਡ ਦਿਓ। ਠੀਕ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜ ਗਿਆ ਮਨ ਮੈਂ ਚੱਲਹੇ ਬੇਕਾਰ। ਉਹਨਾਂ ਛਕੋ ਵੀ ਅੰਨ ਆਪਣਾ ਭਾਰ ਚੱਕੇ, ਆਪਾਂ ਅੰਨ ਦਾ ਭਾਰ ਨਹੀਂ ਚੱਕਣਾ। ਅੰਨ ਦੀ ਪੰਡ ਕਾਹਤੇ ਚੱਕਣੀ ਹੈ? ਬੋਲੋ ਸਤਨਾਮ। ਵੀ ਅੰਨ ਦੀ ਪੰਡ, ਅੰਨ ਨੇ ਭਾਰ ਚੱਕਣਾ ਹੈ ਨਾ ਸਰੀਰ ਦਾ, ਅੰਨ ਦਾ ਭਾਰ ਆਪਾਂ ਨਹੀਂ ਚੱਕਣਾ। ਹਾਂ ਠੀਕ ਹੈ, ਨਿਯਮ ਨੇ, ਪਰ ਛੱਡਣਾ ਕੁਝ ਨਹੀਂ। ਕਹਿਣ ਦਾ ਭਾਵ ਜੁਗਤ ਸਿੱਖਣੀ ਹੈ ਨਾ। ਫਿਰ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ। ਮੁਕਤ ਛੱਡਣਾ ਕਿਆ ਹੈ? ਕੀ ਛੱਡਣਾ? ਕੁਛ ਨਹੀਂ ਛੱਡਣਾ। ਜੁਗਤ ਸਿੱਖਣੀ ਹੈ। ਜੁਗਤ ਕਹਿ ਲਓ ਮੈਥਡ, ਟੈਕਨੀਕ, ਢੰਗ, ਤਰੀਕਾ, ਜੁਗਤੀ। ਜੁਗਤ ਗੁਰੂ ਤੋਂ ਸਿੱਖ ਲਓ। ਗੁਰੂ ਖਾਣ ਦਾ ਚੱਜ ਵੀ ਸਿਖਾਉਂਦੀ ਹੈ ਬਾਣੀ, ਪਹਿਨਣ ਦਾ ਚੱਜ ਵੀ ਸਿਖਾਉਂਦੀ ਹੈ, ਕਿਵੇਂ ਵਿਚਰਨਾ ਜੀਪਾ, ਪੂਰੀ ਵੇ ਆਫ ਲਾਈਫ ਕਹਿ ਲਓ, ਪੂਰਾ ਜੀਵਨ ਜਾਚ ਗੁਰੂ ਤੋਂ ਸਿੱਖੋ। ਗੁਰ ਮਿਲ ਚੱਜ ਆਚਾਰ, ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਗੁਰੂ ਨਾਲ ਜੁੜ ਕੇ ਚੱਜ ਸਿੱਖ ਲਾ ਜਿਉਣ ਦਾ, ਚੱਜ ਸਿਖਾ ਰਹੀ ਹੈ। ਸੋ ਕਹਿਣ ਦਾ ਭਾਵ ਵਿਖਮ ਸਾਗਰ ਦੀ ਗੱਲ ਚੱਲ ਰਹੀ ਹੈ। ਛੱਡਣਾ ਕੁਝ ਨਹੀਂ। ਹਰ ਵਸਤੂ ਨੂੰ ਢੰਗ ਨਾਲ ਵਰਤਣਾ ਹੈ, ਵਰਤੋਂ ਸੁਚੱਜੀ ਹੋਵੇ। ਜੁਗਤ ਗੁਰੂ ਤੋਂ ਸਿੱਖਣੀ ਹੈ। ਇਸ ਕਰਕੇ ਰਹਿਣਾ ਭਾਵ ਸਾਗਰ 'ਚ ਹੀ ਹੈ, ਤਰਨਾ ਹੈ ਪਰ ਡੁੱਬਣਾ ਨਹੀਂ। ਜੈਸੇ ਜਲ ਮੈਂ ਕਮਲੇ ਨਿਰਾਲਮ, ਮੁਰਗਾਈ ਨੈ ਸਾਣੇ ਸੁਰਤ ਸ਼ਬਦ ਭਵ ਸਾਗਰ ਤਰੀ ਹੈ। ਨਾਨਕ ਨਾ ਬਖਾਣੇ। ਸੁਰਤ ਵਿੱਚ ਗੁਰੂ ਦਾ ਉਪਦੇਸ਼ ਟਿਕ ਜਾਵੇ, ਸ਼ਬਦ ਵਸ ਜਾਵੇ। ਸੁਰਤ ਪਰਮਾਤਮਾ 'ਚ ਰਹੇ, ਸਰੀਰ ਪਦਾਰਥ ਵਿੱਚ ਰਹੇ। ਸਰੀਰ ਪਦਾਰਥ ਵਿੱਚ ਰਹੇ, ਸੁਰਤ ਪਰਮਾਤਮਾ 'ਚ ਰਹੇ। ਤੈਰਨਾ ਇੱਦਾਂ ਭਾਵ ਸਾਗਰ ਨੂੰ। ਸੁਰਤ ਸ਼ਬਦ ਭਾਵ ਸਾਗਰ ਤਰੀਏ, ਤਾਂ ਵਿੱਚ ਹੀ ਰਹਿ ਕੇ ਤੈਰਨਾ ਹੁੰਦਾ। ਹੁਣ ਜੇ ਕੋਈ ਬੇੜੀ ਨੂੰ ਬਾਹਰ ਕੱਢ ਲਏ, ਵੀ ਕਿਤੇ ਡੁੱਬਣਾ ਜਾਵੇ, ਆਪਾਂ ਬਾਹਰ ਹੀ ਕੱਢ ਲੈਣੇ ਆ, ਫਿਰ ਰੇਤੇ ਤੇ ਕਿਹੜਾ ਤੁਰੂਗੀ? ਫਿਰ ਜਾਮ ਹੋ ਗਈ। ਭਾਵ ਸਮਝ ਗਏ ਨਾ। ਜਤੀ ਸਦਾਵੇਂ ਜੁਗਤ ਨਾ ਜਾਣੇ, ਛੱਡ ਵਾਹੇ ਲਜਤੀ ਕਹਾਉਂਦਾ ਘਰ-ਬਾਰ ਛੱਡੀ ਫਿਰਦਾ, ਜਿਉਣ ਦਾ ਜੱਜ ਵੀ ਨਹੀਂ ਜਾਣਦਾ। ਗੁਰੂ ਕਹਿੰਦਾ ਜਿਉਣ ਦਾ ਜੱਜ ਹੀ ਨਹੀਂ ਆਇਆ। ਘਰ ਛੱਡ ਕੇ ਤਰ ਜੂ ਕੋਈ? ਘਰ-ਬਾਰ ਛੱਡ ਕੇ ਤਰ ਜੂ ਕੋਈ? ਨਾ ਨਾ, ਇਹ ਵੀ ਨਹੀਂ ਤਰਦਾ।
ਇਹ ਨਹੀਂ ਤਰਦਾ। ਇਸ ਕਰਕੇ ਇਹਨਾਂ ਗੱਲਾਂ ਨੂੰ ਸਮਝੋ। ਰਹਿਣਾ ਵਿੱਚ ਸਰੀਰ ਪਦਾਰਥਵਾਦ 'ਚ ਰਹੇ, ਯਾਦ ਰੱਖਿਓ, ਪਰ ਪਦਾਰਥਵਾਦ ਸੁਰਤ ਵਿੱਚ ਨਾ ਵੜੇ। ਸੌਖਾ ਸਾ ਕਰਕੇ ਸਮਝ ਲੈਣਾ, ਬੇੜੀ ਪਾਣੀ ਵਿੱਚ ਹੀ ਰਹੇ ਪਰ ਪਾਣੀ ਬੇੜੀ ਵਿੱਚ ਨਾ ਵੜੇ। ਜਿਸ ਵੇਲੇ ਪਦਾਰਥਵਾਦ ਸੁਰਤ ਵਿੱਚ ਚਲਿਆ ਗਿਆ, ਬਸ ਸੁਰਤ ਡੁੱਬ ਗਈ ਭਵ ਸਾਗਰ 'ਚ। ਡੁੱਬੀ ਹੋਈ ਸੁਰਤ ਹੈ। ਜਿਵੇਂ ਕਿ ਸਰੀਰ ਨੂੰ ਮਕਾਨ ਦੀ ਲੋੜ ਹੈ, ਆਪਾਂ ਸਾਰੇ ਘਰ ਵਿੱਚ ਰਹਿੰਦੇ ਹਾਂ, ਘਰ ਕਹਿ ਲਓ, ਕੋਠੀ ਕਹਿ ਲਓ। ਜੇ ਸੁਰਤ ਵਿੱਚ ਇਹੀ ਚੱਲੀ ਜਾਵੇ, ਮੇਰੀ 600 ਗਜ ਦੀ ਕੋਠੀ, ਮੇਰੀ ਅੱਧੇ ਕਿੱਲੇ ਦੀ ਕੋਠੀ, ਮੇਰਾ ਐਡਾ ਬੰਗਲਾ, ਮੇਰਾ ਐਡਾ ਮਹਿਲ। ਹੁਣ ਸਰੀਰ ਨੂੰ ਲੋੜ ਹੈ ਮਕਾਨ ਦੀ, ਸੁਰਤ ਨੂੰ ਲੋੜ, ਪਰ ਕੀ ਹੋਇਆ, ਸਰੀਰ ਨੂੰ ਲੋੜ ਦੀ ਜਿਹੜੀ ਲੋੜ ਹੈ ਮਕਾਨ, ਇਹ ਤੇ ਸੁਰਤ ਵਿੱਚ ਚਲਿਆ ਗਿਆ। ਸੁਰਤ ਵਿੱਚ ਮੇਰਾ ਐਡਾ ਬੰਗਲਾ, ਐਡਾ, ਇਹ ਡੁੱਬੀ ਸੁਰਤ ਹੈ। ਸਰੀਰ ਨੂੰ ਭੋਜਨ ਦੀ ਲੋੜ ਹੈ, ਪਰ ਖਾਣ ਪੀਣ ਦੇ ਖਿਆਲ ਸੁਰਤ ਵਿੱਚ ਚਲੇ ਗਏ। ਕਈ ਦੀ ਸੁਰਤ ਖਾਣ ਪੀਣ 'ਚ ਰਹਿੰਦੀ ਹੈ, ਡੁੱਬੀ ਸੁਰਤ ਹੈ। ਸਰੀਰ ਦੀ ਲੋੜ ਹੈ ਕੱਪੜੇ, ਕਈ ਹੋਇਆ ਕੱਪੜੇ ਸੁਰਤ ਵਿੱਚ ਚਲੇ ਗਏ, ਕੱਪੜਿਆਂ 'ਤੇ ਜ਼ੋਰ ਲੱਗੀ ਜਾਂਦਾ। ਫਿਰ ਕਿਉਂ? ਉੱਥੋਂ ਪਤਾ ਲੱਗਦਾ ਵੀ ਕੱਪੜੇ ਦੀ ਸੁਰਤ ਚਲੇ ਗਏ, ਫਿਰ ਕੱਪੜਿਆਂ 'ਤੇ ਜ਼ੋਰ ਲੱਗੀ ਜਾਂਦਾ, ਦੁਨੀਆ ਦਾ ਲੱਗੀ ਜਾਂਦਾ ਨਾ ਪੂਰਾ, ਫੈਸ਼ਨ ਪ੍ਰਸਤੀਆਂ 'ਤੇ ਪੂਰੇ 'ਤੇ ਜ਼ੋਰ ਲੱਗੀ ਤੁਰੇ। ਇਸ ਕਰਕੇ ਇਹਨੂੰ ਡੁੱਬੀ ਸੁਰਤ ਕਹਿੰਦੇ ਆ। ਇਹ ਸੁਰਤ ਭਾਵ ਸਾਗਰ 'ਚ ਡੁੱਬ ਗਈ, ਪਦਾਰਥਵਾਦ ਵਿੱਚ ਡੁੱਬ ਗਈ। ਪਦਾਰਥਵਾਦ ਵਿੱਚ ਇੱਕ ਜਾਨੀ ਕਿ ਰੂਹਾਨੀ ਨੁਕਤਾ ਕਹਿ ਦੇਵਾਂ, ਸੱਚੇ ਗਿਆਨ ਤੋਂ ਬਿਨਾਂ ਇਹ ਜੀਵ ਆਤਮਾ ਆਪਣੇ ਆਪ ਨੂੰ ਭੁੱਲ ਕੇ, ਪਤਾ ਕੀ ਹੋਇਆ, ਇਹ ਭੁੱਲ ਗਈ ਕਿ ਤੂੰ ਉਸ ਕਰਤੇ ਦੀ ਅੰਸ਼ ਹੈ ਜੋ ਪਦਾਰਥ ਦਾ ਕਰਤਾ ਹੈ। ਪਦਾਰਥ ਦੇ ਕਰਤੇ ਦੀ ਅੰਸ਼ ਆਪਣੇ ਆਪ ਨੂੰ ਭੁੱਲ ਕੇ ਪਦਾਰਥ ਵਿੱਚ ਉਲਝ ਗਈ। ਬੋਲੋ ਸਤਨਾਮ। ਗਹਿਰੀ ਰੰਗ ਦਾ ਅਭਿਆਸ ਕਰੋ ਜੀ, ਟਿਕ ਜੇ ਤਾਂ ਮਨ 'ਚ। ਪਦਾਰਥ ਦੇ ਕਰਤੇ ਦੀ ਅੰਸ਼ ਆਪਣੇ ਆਪ ਨੂੰ ਭੁੱਲ ਕੇ ਪਦਾਰਥ ਵਿੱਚ ਉਲਝ ਗਈ, ਡੁੱਬ ਗਈ ਭਾਵ ਸਾਗਰ 'ਚ। ਸੋ ਪਦਾਰਥਵਾਦ ਹੀ ਭਾਵ ਸਾਗਰ ਹੈ। ਪਦਾਰਥਵਾਦ ਕਹਿ ਲਓ, ਅੰਗਰੇਜ਼ੀ ਆਪਾਂ ਕਹਿੰਦੇ ਮਟੀਰੀਅਲਿਜ਼ਮ। ਬਸ ਇਹਨੂੰ ਉਹ ਧਰਦੇ ਨੇ ਜਿਹਨਾਂ ਕੋਲ ਗੁਰੂ ਦੀ ਮੱਤ ਹੈ, ਕਿਉਂਕਿ ਉਹਨੂੰ ਚੱਜ ਆ ਗਿਆ ਨਾ, ਵਿੱਚੇ ਰਹਿੰਦੇ ਨਿਰਲੇਪ, ਵਿੱਚੇ ਰਹਿੰਦੇ ਨਿਰਲੇਪ ਰਹਿਣਾ, ਘਰ ਹੀ ਰਹਿਣਾ, ਲੋੜੀ ਦੀ ਮਾਇਆ ਵੀ ਕਮਾਉਣੀ ਹੈ, ਬੱਚੇ ਪਾਲਣੇ ਹੈ, ਮਾਲਕ ਦਾ ਹੁਕਮ ਸਮਝ ਕੇ ਵੀ ਰੱਬ ਨੇ ਡਿਊਟੀ ਲਾਤੀ। ਹੁਣ ਬੱਚੇ ਨੌਜਵਾਨ ਹੋ ਗਏ, ਮਾਪੇ ਬੁੱਢੇ ਹੋ ਗਏ, ਮਾਂ ਪਿਓ ਦੀ ਸੇਵਾ, ਰੱਬ ਦੀ ਸੇਵਾ। ਇਹ ਤਾਂ ਜਾਨੀ ਕਿ ਚੱਜ ਸਿੱਖਣਾ ਜਿਉਣ ਦਾ, ਸਾਰਾ ਕੁਝ ਜੋ ਕੁਝ ਹੈ ਕਰਨਾ ਹੈ, ਕੱਪੜੇ ਵੀ ਪਾਉਣੇ ਆ, ਭੋਜਨ ਵੀ ਛਕਣਾ ਹੈ, ਸਾਰਾ ਕੁਝ ਜੋ ਫਰਜ਼ ਹੈ, ਜੋ ਕਰਨੇ ਨੇ, ਪਰ ਚੱਜ ਗੁਰੂ ਜੀ ਸਿਖਾਉਂਦੇ ਨੂੰ ਸਿੱਖ ਲਈਏ। ਫਿਰ ਉਹ ਭਾਈ ਭਾਵ ਸਾਗਰ ਤਰ ਜਾਂਦੇ ਨੇ, ਵਿਖਮ ਸਾਗਰ। ਜੋ ਇਹ ਪਦਾਰਥਵਾਦ ਦਾ ਸਾਗਰ ਤਰਨਾ ਕਠਿਨ ਹੈ, ਪਰ ਗੁਰੂ ਦੀ ਮੱਤ ਨਾਲ ਤਰ ਜਾਂਦੇ ਹੈ। ਜਿਨ੍ਹਾਂ ਉੱਤੇ ਰੱਬੀ ਬਾਣੀ ਦੀ ਬਖਸ਼ਿਸ਼ ਹੁੰਦੀ ਹੈ, ਰੱਬੀ ਬਾਣੀ ਦੀ ਬਖਸ਼ਿਸ਼ ਹੀ ਪ੍ਰਮਾਤਮਾ ਦੀ ਬਖਸ਼ਿਸ਼ ਹੈ, ਪ੍ਰਮਾਤਮਾ ਦੀ ਨਦਰ ਹੈ। ਤਾਂ ਤੇ ਵਿਖਮ ਸਾਗਰ ਤੇਈ ਜਾਣ ਤਰੇ, ਨਾਨਕ ਜਾ ਕੋ ਨਦਰ ਕਰੇ। ਗੁਰੂ ਨਾਨਕ ਬਾਬਾ ਜੀ ਪੰਜਵੇਂ ਸਰੂਪ ਵਚਨ ਕਹਿ ਰਹੇ ਹੈ ਕਿ ਜਿਨ੍ਹਾਂ ਤੇ ਮਾਲਕ ਦੀ ਨਦਰ ਹੁੰਦੀ ਹੈ, ਮਿਹਰ ਹੁੰਦੀ ਹੈ, ਕਿਰਪਾ ਹੁੰਦੀ ਹੈ, ਸਤਸੰਗ ਦੇ ਵਿੱਚ ਹੀ ਮਿਹਰ ਹੁੰਦੀ ਹੈ ਨਾ। ਇੱਕ ਵਚਨ ਕਹਿ ਕੇ ਸਮਾਪਤੀ ਕਰਾਂ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਬਾਣੀ ਦੇ ਅਰਥ ਬਾਣੀ 'ਚ ਹੀ ਖੁੱਲ੍ਹ ਜਾਂਦੇ ਨੇ। ਗੁਰੂ ਨਾਨਕ ਬਾਬਾ ਜੀ ਪੰਜਵੇਂ ਸਰੂਪ 'ਚ ਇਹ ਵਚਨ ਕਹਿ ਰਹੇ ਹੈ, ਸਾਧ ਸੰਗ ਕਰਦੇ ਆ। ਸਾਧ ਸੰਗ ਕੀ ਹੁੰਦਾ ਪਹਿਲਾਂ ਸਮਝ ਲਿਆ ਸੀ ਨਾ, ਗੁਰਬਾਣੀ ਨੂੰ ਧਿਆਨ ਲਾ ਕੇ ਸੁਣਨਾ, ਉੱਤਮ ਸ਼ਲੋਕ ਸਾਧ ਕੇ ਵਚਨ ਉਮਲੀਕ ਲਾਲੇ ਰਤਨ। ਜਦੋਂ ਧਿਆਨ ਲਾ ਕੇ ਆਪਾਂ ਰੱਬੀ ਬਾਣੀ ਨੂੰ ਸੁਣਦੇ ਹਾਂ, ਇਹਨੂੰ ਸਾਧ ਸੰਗ ਕਹਿੰਦੇ ਆ। ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਗੁਰੂ ਬਾਬਾ ਜੀ ਕਹਿੰਦੇ ਰੱਬੀ ਬਾਣੀ ਨੂੰ ਧਿਆਨ ਲਾ ਕੇ ਸੁਣਦੇ ਆ, ਸਾਧ ਸੰਗ ਕਰਦੇ ਆ, ਭਾਵ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਕਹਿੰਦੇ ਪ੍ਰਮਾਤਮਾ ਅਤੀ ਖੁਸ਼ ਹੋ ਜਾਂਦਾ ਹੈ। ਸੋ ਪ੍ਰਸੰਨ ਦਾ ਭਾਵ ਅਤੀ ਪ੍ਰਸੰਨ ਹੋ ਗਈ ਨਾ ਕਿਰਪਾ। ਰੱਬੀ ਬਾਣੀ ਨੂੰ ਧਿਆਨ ਲਾ ਕੇ ਸੁਣਦੇ ਆ, ਰੱਬ ਖੁਸ਼ ਹੋ ਜਾਂਦਾ ਹੈ। ਬੋਲੋ ਸਤਨਾਮ। ਹੋ ਗਈ ਨਜ਼ਰ, ਹੋ ਗਈ ਨਾ ਮਿਹਰ। ਸਤ ਸੰਗੀਆਂ ਤੇ ਮਾਲਕ ਦੀ ਨਜ਼ਰ ਹੁੰਦੀ ਹੈ। ਸੱਚੇ ਗਿਆਨ ਰਾਹੀਂ ਸੋਝੀ ਆਉਂਦੀ ਹੈ, ਉਹਨਾਂ ਦੀ ਸੁਰਤ ਵਿੱਚ ਸੱਚਾ ਗਿਆਨ ਟਿਕਦਾ ਹੈ। ਫਿਰ ਜਿਉਂਦੇ ਹੀ ਮੁਕਤ ਹੋ ਗਏ, ਤਰ ਗਏ। ਮੁਕਤੀ ਜਿਉਂਦਿਆਂ ਨੂੰ ਮਿਲਦੀ ਹੈ। ਕਿ ਚਲੋ ਉਹਨਾਂ ਵਾਲੀ ਹਾਲਤ 'ਚ ਗੱਲ ਕਰਾਂਗੇ ਆਪਾਂ। ਮਰਨ ਤੋਂ ਬਾਅਦ ਕੋਈ ਮੁਕਤੀ ਨਹੀਂ ਮਿਲਦੀ। ਬਸ ਉਹ ਧਨਵੰਤ, ਕੁਲਵੰਤ, ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਜਿਹਦੇ ਹਿਰਦੇ 'ਚ ਪਰਮਾਤਮਾ ਵਸ ਗਿਆ, ਉਹ ਜਿਉਂਦੇ ਹੀ ਮੁਕਤ ਹੋ ਗਈ, ਤਰ ਗਏ ਭਾਵ ਸਾਗਰ ਨੂੰ। ਇਸ ਕਰਕੇ ਗੁਰਬਾਣੀ ਗਿਆਨ ਨਾਲ ਜੁੜ ਕੇ ਜਿਉਂਦੇ ਮੁਕਤ ਹੋ ਜਾਈਏ। ਫਿਰ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਸ਼ਬਦ ਦੀ ਵਿਚਾਰ ਸੰਪੂਰਨ। ਸ਼ਲੋਕ ਪੜ੍ਹ ਕੇ ਸਮਾਪਤੀ। ਪਾਵਨ ਗੁਰੂ ਪਾਣੀ ਪਿਤਾ ਮਾਤਾ ਤਾਰਤ ਮਹਾਤ। ਚੰਗਿਆਈਆਂ ਮੋਰਿਆਈਆਂ ਵਾਜੈ ਧਰਮ ਹਦੂਰ। ਜਿਨੀ ਨਾਮ ਧਿਆਇਆ
ਦਾ ਕੋਟਾਨ ਕੋਟ ਧੰਨਵਾਦ। ਸੰਗਤਾਂ ਦਾ ਧੰਨਵਾਦ, ਬੜੇ ਪਿਆਰ ਦੇ ਨਾਲ ਸੁਣਿਆ ਹੈ।